वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक अस्थान गुरुद्वारा बंगला साहब जी की यात्रा करदे हां। जुगो जुग अटल छतर चबर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो, रसना पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है कि सतगुरु 9 खंडां दा 4 चक्कां दा उधार करते हुए वखरे वखरे देशां दा दिशावां दा भरमण करदियां जिथे पहाड़ किरान है गिर किरान उत्थे पहुंचे ने। इत्थे एक पानी दा तालाब है, सरोवर है, झील है। ये सारे शब्द जिहड़े ने ये सामर्थी ने। असी गुरुद्वारियां दे नाल जो सच्चे पातशाह ने इशनान की व्यवस्था की, असी उन्होंने सरोवर कहने आ। पुराने बजुर्ग अज भी तालाब कहते हैं कि तुसी दरबार साहब के तालाब दे विच कदे इशनान किया? सरोवर कह दिओ, तालाब कह दिओ। कुदरती जिथे पानी खड़े होंदे ने उन्होंने झील कह दिता जाता है। जिथे बरसातां दे पानी होंदे ने उन्होंने छप्पड़, टोबे, ढाबां वखरे वखरे इलाकियां दे नावां नाल बोलिया जाता है। सबनों वखरे वखरे नावां दे नाल असीं बोलदे। इत्थे जदों सतगुरु गए ने तो कवि जी ने लिखिया है कि एक सर सुंदर तहां सुहावण, सर तो भावे सरोवर। निर्मल नीर अदक मन भावन, पानी बहुत निर्मल सी, साफ सुथरा सी। बैठ गए तैके तट जब ही, मरदाना बोलियो बच तब ही। इत्थे सतगुरु जदों आप बैठ गए, भाई मरदाने ने गल करनी शुरू कर दी। भाई मरदाना जी पुछदे ने, बाबा ये स्थान रिख रहे कि नाही, जे को होए मिलो प्रभ ताही।
सतगुरु इत्थे कोई ऋषि, कोई मुनि, कोई तपस्वी, कोई साधु, कोई संत, कोई जोगी रहिंदा इत्थे? जे रहिंदा है ते बाबा आपां उन्हां नूं मिलीए। संतन संग मिलन भल होवत, जिन बच जल कलमल मल धोवत। ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹਨਾਂ ਨੂੰ ਮਿਲਣਾ ਹਮੇਸ਼ਾ ਹੀ ਲਾਭਦਾਇਕ ਹੁੰਦਾ ਹੈ। ਜਿਹੜਾ ਗੁਰਮੁਖਾਂ ਦੀ ਸੰਗਤ ਦਾ ਸਰੋਵਰ ਹੈ ਉਹਦੇ ਵਿੱਚ ਪਾਪਾਂ ਦੀ ਮੈਲ ਧੋਤੀ ਜਾਂਦੀ ਹੈ, ਉਹਦੇ ਵਿੱਚ ਜਨਮਾਂ ਜਨਮਾਂਤਰਾਂ ਦੀ ਮੈਲ ਧੋਤੀ ਜਾਂਦੀ ਹੈ। ਹਾਂਜੀ, ਇਹ ਵਿਛਰਨ ਤੇ ਤਰਫ ਕੈ, ਨਾਨਕ ਮਰੈ ਪਛਾਨ। ਤਿਹ ਤੋ ਰੰਗ ਮੈਂ ਰਹਿਨ ਦਿਨ, ਕੇਲ ਕਰੈ ਸੁਖ ਮਾਨ। ਸਤਿਗੁਰੂ ਜੀ ਕਹਿਣ ਲੱਗੇ, ਹਾਂ ਮਰਦਾਨਿਆਂ, ਇੱਥੇ ਇੱਕ ਰਿਸ਼ੀ ਰਹਿੰਦਾ ਹੈ, ਪਰ ਉਹਨੂੰ ਮਿਲਣ ਜਾਣ ਦੀ ਜ਼ਰੂਰਤ ਨਹੀਂ, ਉਹ ਆਪਣੇ ਆਪ ਆ ਕੇ ਸਾਨੂੰ ਮਿਲੇਗਾ। ਇਹ ਬਚਨ ਆਖੇ ਸਤਿਗੁਰਾਂ ਨੇ ਬਸਤਰ ਉਤਾਰੇ ਨੇ ਤੇ ਸਤਿਗੁਰੂ ਇਸ਼ਨਾਨ ਕਰਨ ਲੱਗ ਗਏ। ਇਸ਼ਨਾਨ ਕਰਨਾ ਸ਼ੁਰੂ ਕੀਤਾ ਤੇ ਉਹ ਰਿਸ਼ੀ ਜਿਹੜਾ ਸੀ ਉਹ ਆ ਗਿਆ। ਉਸ ਰਿਸ਼ੀ ਨੇ ਆਉਂਦਿਆਂ ਹੀ ਇਸੀ ਪ੍ਰਕਾਰ ਰੀਤ ਜਿਨ ਰਾਖੀ, ਤੈ ਇਸ਼ਨਾਨ ਕੀ ਰਹਿਤ ਨਾ ਕਾਂਖੀ। ਕਹਿਣ ਲੱਗਾ, ਜੀ ਤੁਸੀਂ ਮਨ ਕਰਕੇ ਸੁਮੇਰ ਪਰਬਤ ਵਰਗੇ ਹੋ, ਵੀ ਤੁਹਾਡਾ ਤੇ ਮਨ ਡਿੱਗਦਾ ਡੋਲਦਾ ਹੀ ਨਹੀਂ ਹੈ। ਬੜੇ ਸਥਿਰ ਸੁਮੇਰ ਪਰਬਤ ਵਰਗੇ ਦ੍ਰਿੜ ਮਨ ਦੇ ਇਰਾਦੇ ਵਾਲੇ ਤੁਸੀਂ ਰੱਬ ਦੇ ਪਿਆਰੇ ਹੋ, ਫਿਰ ਤੁਹਾਨੂੰ ਕੀ ਲੋੜ ਹੈ? ਮਨ ਸੁਮੇਰ ਜਿਉ ਥਿਰ ਲਿਵ ਲਾਗਾ, ਨੀਰ ਮੀਨ ਜਿਉ ਮਨ ਅਨੁਰਾਗਾ। ਪਰ ਤੁਹਾਨੂੰ ਇਹ ਮੱਛੀ ਵਾਂਗ, ਜਿਵੇਂ ਮੱਛੀ ਪਾਣੀ ਵਿੱਚ ਨਹਾ ਕੇ ਖੁਸ਼ ਹੁੰਦੀ ਹੈ, ਤੇ ਤੁਹਾਨੂੰ ਇਹਦੇ ਵਿੱਚ ਇਸ਼ਨਾਨ ਦੀ ਕੀ ਜ਼ਰੂਰਤ ਹੋਈ? ਤੁਹਾਨੂੰ ਕੀ ਲੋੜ ਹੈ? ਜਦੋਂ ਇੰਜ ਉਸ ਰਿਸ਼ੀ ਨੇ ਬੋਲਿਆ, ਸੁਨ ਕਰ ਬੋਲੇ ਮਇਆ ਨਿਧਾਨਾ, ਧਨ ਰਿਖੀ ਤੁਮ ਪਰਮ ਸੁਜਾਨਾ। ਸਤਿਗੁਰੂ ਕਹਿਣ ਲੱਗੇ, ਰਿਸ਼ੀ ਤੂੰ ਧਨ ਹੈ, ਤੂੰ ਸੁਜਾਨ ਹੈ, ਤੂੰ ਸਿਆਣਾ ਹੈ। ਏਕੰਕਾਰ ਚਰਨ ਸੁਰ ਜੋ ਹੈ, ਤੇ ਕੋ ਲਖੋ ਮੀਨ ਮਨ ਮੋਹ ਹੈ। ਤੇ ਜੇ ਤੂੰ ਮੰਨਦਾ ਹੈ ਕਿ ਮੈਂ ਮੱਛੀ ਵਰਗਾ ਹਾਂ, ਤਾਂ ਫਿਰ ਮੈਂ ਕਿਸੇ ਪਾਣੀ ਦੀ ਮੱਛੀ ਨਹੀਂ ਹਾਂ। ਮੈਂ ਪਾਣੀ ਦੀ ਮੱਛੀ ਨਹੀਂ ਹਾਂ। ਏਕੰਕਾਰ ਚਰਨ ਸਰ ਜੋ ਹੈ, ਮੈਂ ਤੇ ਰੱਬ ਦੇ ਚਰਨਾਂ ਦਾ ਜਿਹੜਾ ਸਰੋਵਰ ਹੈ ਨਾ, ਉਹਦੀ ਮੱਛੀ ਹਾਂ। ਹੁਣ ਵੇਖੋ, ਸਤਿਗੁਰੂ ਦੀ ਬਾਣੀ ਪੜ੍ਹੋ ਤੇ ਫਿਰ ਆਨੰਦ ਵੀ ਆਵੇ, ਜੇ ਆਪਾਂ ਨੂੰ ਸ਼ੌਕ ਹੋਵੇ ਤਾਂ, ਰੀਝ ਹੋਵੇ ਤਾਂ, ਲਗਾਓ ਹੋਵੇ ਤਾਂ, ਚਾਓ ਹੋਵੇ ਤਾਂ, ਉਤਸੁਕਤਾ ਹੋਵੇ ਤਾਂ। ਹੁਣ ਵੇਖੋ, ਉਤਸੁਕਤਾ ਹੋਵੇ ਤੇ ਬੱਚੇ ਜਰਮਨ ਭਾਸ਼ਾ ਵੀ ਸਿੱਖ ਲੈਂਦੇ ਨੇ, ਰਸ਼ੀਅਨ ਵੀ ਸਿੱਖ ਲੈਂਦੇ ਨੇ, ਦੂਸਰੇ ਮੁਲਕਾਂ ਦੀਆਂ ਲੈਂਗੁਏਜ ਵੀ ਸਿੱਖ ਲੈਂਦੇ ਨੇ। ਤੇ ਜੇ ਆਪਣੇ ਸਿੱਖਾਂ ਦੇ ਮਨ ਵਿੱਚ ਨਹੀਂ ਰੁਚੀ, ਤੇ ਸਾਨੂੰ ਪੰਜਾਬੀ ਵੀ ਨਹੀਂ ਆਉਂਦੀ, ਸਾਰੀ ਉਮਰ ਇੱਦਾਂ ਹੀ ਮਰ ਜਾਗੇ ਕਹਿੰਦੇ ਆ, ਨਹੀਂ ਗਿਆਨੀ ਜੀ ਸਾਨੂੰ ਤਾਂ ਪੰਜਾਬੀ ਨਹੀਂ ਆਉਂਦੀ। ਵੀ ਕੀ ਪੰਜਾਬੀ ਅੰਗਰੇਜ਼ੀ ਨਾਲੋਂ ਔਖੀ ਸੀ? ਅਸਲ ਗੱਲ ਇਹ ਵੀ ਅੰਗਰੇਜ਼ੀ 'ਚੋਂ ਤੁਹਾਨੂੰ ਲੱਗਿਆ ਵੀ ਰੋਟੀ ਮਿਲੇਗੀ, ਪੰਜਾਬੀ 'ਚੋਂ ਤੁਹਾਨੂੰ ਲੱਗਿਆ ਵੀ ਇਹਦੇ 'ਚੋਂ ਕੀ ਮਿਲਣਾ ਹੈ। ਅੰਗਰੇਜ਼ੀ ਤੋਂ ਲੱਗਾ ਤੁਹਾਨੂੰ ਵੀ ਸਾਨੂੰ ਕੋਈ ਸਟੇਟਸ ਮਿਲੇਗਾ, ਸਾਨੂੰ ਕੋਈ ਸਮਾਜ ਦੇ ਵਿੱਚ ਕੋਈ ਰੁਤਬਾ, ਕੋਈ ਮਰਤਬਾ ਮਿਲੇਗਾ। ਪੰਜਾਬੀ ਤੋਂ ਕੀ ਮਿਲਣਾ ਹੈ? ਨਹੀਂ ਤਾਂ ਕੋਈ ਪੰਜਾਬੀ ਸਿੱਖਣੀ ਔਖੀ ਨਹੀਂ ਹੈ। ਸੰਸਾਰ ਦੀਆਂ ਜਿਹੜੀਆਂ ਦੂਜੀਆਂ ਭਾਸ਼ਾਵਾਂ ਨੇ, ਉਹਦੀ ਨਿਸਬਤ ਸਭ ਤੋਂ ਸੌਖੀ ਜਿਹੜੀ ਹੈ ਉਹ ਖਾਸ ਕਰਕੇ ਸਾਡੇ ਵਾਸਤੇ, ਕਿਉਂਕਿ ਸਾਡੀ ਮਾਂ ਬੋਲੀ ਪੰਜਾਬੀ ਹੈ। ਦੇਖੋ, ਸਾਨੂੰ ਬੋਲਣੀ ਤਾਂ ਆਉਂਦੀ ਹੈ ਨਾ, ਸਾਨੂੰ ਸਮਝਣੀ ਵੀ ਆਉਂਦੀ ਹੈ, ਬੋਲਣੀ ਵੀ ਆਉਂਦੀ ਹੈ, ਲਿਖਣੀ ਪੜ੍ਹਨੀ ਨਹੀਂ ਆਉਂਦੀ। ਉਹ ਬੜਾ ਸੌਖਾ ਕੰਮ ਹੈ। ਪਰ
ਇਹਦੇ ਲਈ ਚਾਅ ਚਾਹੀਦਾ, ਇਹਦੇ ਲਈ ਸ਼ੌਕ ਚਾਹੀਦਾ ਹੈ, ਇਹਦੇ ਲਈ ਮਨ ਵਿੱਚ ਰੀਝ ਚਾਹੀਦੀ ਹੈ ਕਿ ਮੈਂ ਗੁਰਬਾਣੀ ਪੜ੍ਹਨੀ ਹੈ। ਇੱਥੇ ਦਿੱਲੀ ਵਿੱਚ ਇੱਕ MP ਹੈ, ਉਹਨਾਂ ਦੀ ਜਿਹੜੀ ਪਤਨੀ ਸੀ ਉਹ ਇੱਕ ਐਸੀ ਸਟੇਟ ਤੋਂ ਸੀ ਜਿਹਦਾ ਪੰਜਾਬੀ ਨਾਲ ਕੋਈ ਨੇੜੇ ਤੇੜੇ ਦਾ ਵੀ ਰਿਸ਼ਤਾ ਨਹੀਂ ਹੈ। ਚਲੋ ਵਿਆਹ ਹੋ ਗਿਆ। ਹੁਣ ਸਹੁਰੇ ਪਰਿਵਾਰ ਦੀ, ਲੜਕੇ ਵਾਲੇ ਪਰਿਵਾਰ ਦੀ ਇੱਕੋ ਹੀ ਰੀਝ ਸੀ ਕਿ ਸਾਡੇ ਘਰ ਲੜਕੀ ਉਹ ਚਾਹੀਦੀ ਹੈ ਜਿਹਨੂੰ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਆਉਂਦਾ ਹੋਵੇ, ਜਿਹੜੀ ਪਾਠ ਕਰ ਸਕਦੀ ਹੋਵੇ, ਜਿਹੜੀ ਸਵੇਰੇ ਉੱਠ ਕੇ ਮਹਾਰਾਜ ਦਾ ਪ੍ਰਕਾਸ਼ ਕਰੇ, ਸ਼ਾਮ ਨੂੰ ਸੁਖਾਸਨ ਕਰੇ। ਅਸੀਂ ਕਹਿੰਦੇ ਵੀ ਸਾਨੂੰ ਨੂੰ ਉਹ ਚਾਹੀਦੀ ਹੈ ਜਿਹੜੀ ਸਵੇਰੇ ਸ਼ਾਮ ਡਿਸਕੋ ਕਰੇ। ਤੇ ਫਿਰ ਗੁਰਬਾਣੀ 'ਚ ਇੱਕ ਪੰਕਤੀ ਲਿਖੀ ਹੋਈ ਹੈ ਕਿ ਫਿਰ ਤਾਂ ਭਾਈ ਧੀਆਂ ਪੁੱਤ ਵੀ ਭੂਤਨਿਆਂ ਵਰਗੇ ਹੋਣਗੇ। ਹੁਣ ਉਹ ਬੱਚੀ ਨੇ ਕਿਹਾ ਵੀ ਤੁਸੀਂ ਮੈਨੂੰ ਪ੍ਰਵਾਨ ਕਰ ਲਓ, ਮੈਂ ਸਿੱਖ ਲਵਾਂਗੀ। ਮੈਂ ਸੁਣ ਕੇ ਹੈਰਾਨ ਸੀ। ਉਹ ਕਹਿੰਦੇ ਸਾਡੇ ਬਜ਼ੁਰਗ ਸਨ ਨਾਨਾ ਜੀ, ਉਹ ਕਹਿਣ ਲੱਗੇ ਪੁੱਤਰ ਪੰਜਾਬੀ ਤੈਨੂੰ ਮੈਂ ਸਿਖਾ ਦਿੰਦਾ। ਸਿਖਾਤੀ। ਆਖਿਆ ਪਾਠ ਕਰ। ਕਹਿੰਦੇ ਉਸ ਬੀਬੀ ਨੇ ਬਾਬਾ ਜੀ ਦੀ ਤਾਬਿਆਂ ਬਹਿ ਕੇ ਪਾਠ ਕਰਨਾ, ਤੇ ਬਜ਼ੁਰਗ ਤੋਂ ਬੈਠਿਆ ਨਹੀਂ ਸੀ ਜਾਂਦਾ, ਵੱਡੀ ਉਮਰ ਸੀ, ਤੇ ਉਹਨੇ ਕਹਿਣਾ ਵੀ ਮੇਰੀ ਮੰਜੀ ਜਿਹੜੀ ਹੈ ਉਹ ਬਿਲਕੁਲ ਮਹਾਰਾਜ ਦੇ ਕਮਰੇ ਦੇ ਬਾਹਰ ਰੱਖ ਦਿਓ। ਉਹਨੇ ਲੰਮੇ ਪੈ ਜਾਣਾ। ਤੇ ਜਿਵੇਂ ਜਿਵੇਂ ਉਸ ਲੜਕੀ ਨੇ ਪਾਠ ਕਰਨਾ ਉਵੇਂ ਉਵੇਂ ਬਾਹਰ ਬਜ਼ੁਰਗ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਜ਼ੁਬਾਨੀ ਯਾਦ ਸੀ। ਉਹਨੇ ਉਹਦੀ ਸਦਾਈ ਕਰਾਈ ਜਾਣੀ ਵੀ ਨਹੀਂ ਪੁੱਤਰ ਇਹ ਠੀਕ, ਇੱਦਾਂ ਨਹੀਂ ਪੜ੍ਹਨਾ, ਇੱਦਾਂ ਪੜ੍ਹਨਾ। ਹੁਣ ਅਸੀਂ ਕਈ ਨਵੀਆਂ ਗੱਲਾਂ ਸਿੱਖ ਲਈਆਂ ਨੇ ਜੀ। ਬਾਣੀ ਤੁਹਾਨੂੰ ਪਤਾ ਹੀ ਹੈ, ਗਲਤ ਪੜ੍ਹੀ ਗਈ ਫਿਰ ਪਾਪ ਲੱਗੇਗਾ। ਇਹ ਗੱਲ ਯਾਦ ਰੱਖਣਾ, ਨਾ ਪੜ੍ਹਨ ਨਾਲੋਂ ਵੱਡਾ ਪਾਪ ਨਹੀਂ ਲੱਗੇਗਾ। ਅਗਰ ਬਾਣੀ ਪੜ੍ਹਨ ਤੋਂ ਪਾਪ ਹੀ ਲੱਗੇਗਾ ਤੇ ਉਹਨਾਂ ਨੂੰ ਲੱਗੇਗਾ ਜਿਹੜੇ ਨਹੀਂ ਪੜ੍ਹਦੇ। ਹੁਣ ਆਪਾਂ ਕਹਿੰਦੇ ਜੀ ਜਿਹੜਾ ਗਲਤ ਪੜ੍ਹੇਗਾ ਉਹਨੂੰ ਪਾਪ ਲੱਗੇਗਾ ਕਿ ਨਵਾਂ ਪਾਠ ਸਿੱਖ ਲਿਆ। ਵੇਖੋ ਭਾਈ, ਜਿਹੜਾ ਪਾਠ ਕਰਨਾ ਸਿੱਖੇਗਾ ਉਹ ਤਾਂ ਗਲਤ ਵੀ ਪੜ੍ਹੇਗਾ, ਉਹਦੇ ਕੋਲੋਂ ਗਲਤੀ ਹੋਏਗੀ। ਜਦੋਂ ਤੁਸੀਂ ਬੋਲਣਾ ਸਿੱਖਿਆ ਕਿ ਸਾਰੇ ਸ਼ਬਦ ਤੁਸੀਂ ਜੰਮਦਿਆਂ ਸਹੀ ਬੋਲਣੇ ਸਿੱਖ ਲਏ ਸੀ, ਤੁਹਾਨੂੰ ਆ ਗਏ ਸੀ ਸਾਰੇ। ਗੁਰਬਾਣੀ ਦੇ ਸ਼ੁੱਧ ਪੜ੍ਹਨ ਦਾ ਦਾਵਾ ਕੌਣ ਕਰ ਸਕਦਾ ਹੈ? ਮੈਂ ਕਰ ਸਕਦਾ? ਨਹੀਂ। ਇੱਥੇ ਗਿਆਨੀ ਸਾਹਿਬ ਸਿਗੋਰੀ ਆਉਂਦੇ ਨੇ, ਉਹ ਕਰ ਸਕਦੇ ਨੇ? ਨਹੀਂ। ਹਾਲਾਂਕਿ 30-35 ਸਾਲ ਤੇ ਮੈਨੂੰ ਹੋ ਗਏ ਉਹਨਾਂ ਦੇ ਪਾਠ ਸੁਣਦੇ ਆ। ਉਹ ਜਦੋਂ ਪਾਠ ਕਰਦੇ ਨੇ ਉਦੋਂ ਕਹਿੰਦੇ ਮੈਨੂੰ ਨਵੀਂ ਗੱਲ ਸਮਝ ਆਈ ਹੈ। ਬਾਣੀ ਅਗਾਧ ਬੋਧ ਹੈ। ਇਸ ਕਰਕੇ ਭਾਈ ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ। ਇਹ ਜਿਹੜਾ ਗੁਰੂ ਇਤਿਹਾਸ ਹੈ ਨਾ, ਅਗਰ ਤੁਸੀਂ ਥੋੜੀ ਜਿਹੀ ਤਵੱਜੋ ਦਿਓਗੇ ਤੇ ਤੁਹਾਡਾ ਸਾਰਾ ਹੀ ਜੀਵਨ ਬਦਲ ਜਾਏਗਾ। ਸਾਡੇ ਸਾਹਮਣੇ ਇਹ ਗੁਰੂ ਨਾਨਕ ਸਾਹਿਬ ਦਾ ਇੱਕ ਲਾਈਵ ਇਤਿਹਾਸ ਹੈ, ਬਿਲਕੁਲ ਲਾਈਵ। ਕਿਵੇਂ ਕਿਵੇਂ ਕਿੱਥੇ ਕਿੱਥੇ ਗਏ, ਉਹਨਾਂ ਨੇ ਕਿੱਦਾਂ ਦੇ ਕੱਪੜੇ ਪਾਏ ਸੀ, ਕੌਣ ਮਿਲਿਆ, ਕੀ ਬੋਲੇ, ਕੀ ਸੁਣਿਆ। ਹੁਣ ਉਹ ਰਿਸ਼ੀ ਕੀ ਕਹਿੰਦਾ? ਕਹਿੰਦਾ ਜੀ ਤੁਸੀਂ ਤਾਂ ਸਮੇਰ ਪਰਬਤ ਵਰਗੇ ਹੋ, ਤੁਹਾਨੂੰ ਇਸ਼ਨਾਨ ਦੀ ਕੀ ਲੋੜ ਹੈ? ਪਰ ਮੈਂ ਤੁਹਾਨੂੰ ਇਸ਼ਨਾਨ ਕਰਦਾ ਵੇਖ ਰਿਹਾ ਤੇ ਤੁਸੀਂ ਪਾਣੀ ਨਾਲ ਐਵੇਂ ਪਿਆਰ ਕਰ ਰਹੇ ਹੋ ਜਿਵੇਂ ਮੱਛੀ ਕਰਦੀ ਹੈ। ਹੁਣ ਸਤਿਗੁਰੂ ਦੀ ਬਾਣੀ ਪੜ੍ਹੋ। ਮੈਂ ਇੱਥੋਂ ਬੇਨਤੀ ਸ਼ੁਰੂ ਕੀਤੀ ਸੀ, ਕਿੰਨੇ ਸ਼ਬਦ ਨੇ ਸਤਿਗੁਰੂ ਦੀ ਬਾਣੀ ਦੇ ਵਿੱਚ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾ। ਤੂੰ ਦਰਿਆ ਹੈ, ਮੈਂ ਉਸ ਦਰਿਆ ਦੇ ਵਿੱਚ ਰਹਿਣ ਵਾਲੀ ਇੱਕ ਛੋਟੀ ਜਿਹੀ ਮੱਛੀ ਹੈ। ਤੇ ਮੈਂ ਕਹਾਂ ਜੀ ਮੈਨੂੰ ਤੇ ਦਰਿਆ ਦਾ ਥਾਂ ਪਤਾ ਲੱਗ ਗਿਆ, ਕਿੰਨਾ ਕੁ ਡੂੰਘਾ ਹੈ, ਕਿੰਨਾ ਕੁ ਚੌੜਾ ਹੈ, ਕਿੰਨਾ ਕੁ ਲੰਬਾ ਹੈ। ਕੀ ਗੱਲ ਮੰਨੀ ਜਾ ਸਕਦੀ ਵੀ ਮੱਛੀ ਨੇ ਅੰਤ ਪਾ ਲਿਆ? ਤੋ ਇਸ ਕਥਾ ਦੇ ਵਿੱਚ ਆਉਂਦਾ, ਸਤਿਗੁਰੂ ਕਹਿਣ ਲੱਗੇ ਸੁਣ ਕਰ ਬੋਲੇ ਮਿਆ ਨਿਧਾਨਾ,
ਧਨ ਰਿਖੀ ਤੁਮ ਪਰਮ ਸੁਜਾਨਾ, ਏਕੰਕਾਰ ਚਰਨ ਸਰ ਜੋ ਹੈ, ਤੈ ਕੋ ਲਖੋ ਮੀਨ ਮਨ ਮੋਹ ਹੈ। ਕਹਿੰਦੇ ਮੈਂ ਪਾਣੀ ਦੀ ਮੱਛੀ ਨਹੀਂ ਆ, ਮੈਂ ਰੱਬ ਦੇ ਜਿਹੜਾ ਚਰਨਾਂ ਦਾ ਸਰੋਵਰ ਹੈ, ਮੈਂ ਤਾਂ ਉਹਦੀ ਮੱਛੀ ਆ, ਕਿਉਂਕਿ ਮੇਰਾ ਪਿਆਰ ਪਰਮੇਸ਼ਰ ਦੇ ਚਰਨਾਂ ਨਾਲ ਹੈ। ਹਾਂਜੀ। ਤੇਹ ਵਿਚਰਨ ਤੇ ਤਰਫ ਕੈ, ਨਾਨਕ ਮਰੈ ਪਛਾਨ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਜਿਵੇਂ ਪਾਣੀ ਤੋਂ ਮੱਛੀ ਵਿਛੜੇ ਤੇ ਤੜਫਦੀ ਹੈ, ਮੇਰੀ ਨਾਨਕ ਦੀ ਹਾਲਤ ਵੀ ਇਹੋ ਹੀ ਹੈ ਕਿ ਜੇ ਮੈਂ ਪਰਮਾਤਮਾ ਤੋਂ ਵਿਛੜਦਾ ਤੇ ਮੈਂ ਤੜਫਦਾ। ਤੜਫਣਾ ਵੀ ਐਸਾ ਹੈ ਕਿ ਮੌਤ ਦੇ ਸਮਾਨ ਹੈ। ਹਾਂਜੀ। ਤੇਹ ਤਰੰਗ ਮੈਂ ਰਹਿਨ ਦਿਨ, ਕੇਲ ਕਰੇ ਸੁਖ ਮਾਨ। ਤੇਹ ਤਰੰਗ ਮੈਂ ਰਹਿਣ ਦਿਨ, ਮੈਂ ਰੱਬ ਦੇ ਚਰਨਾਂ ਦੇ ਸਰੋਵਰ ਦੀਆਂ, ਉਸ ਤਲਾਬ ਦੀਆਂ ਜਿਹੜੀਆਂ ਲਹਿਰਾਂ ਨੇ, ਕਹਿੰਦੇ ਮੈਂ ਉਹਨਾਂ ਦੇ ਵਿੱਚ ਕੇਲ ਕਰਦਾ, ਉਹਦੇ ਵਿੱਚ ਖੁਸ਼ੀਆਂ ਕਰਦਾ, ਉਹਦੀ ਪਰਮਾਤਮਾ ਦੀ ਮੌਜ ਵਿੱਚ ਰਹੋ ਅੰਤ ਅਰ ਆਦ। ਜਨਮ ਤੋਂ ਲੈ ਕੇ ਮੌਤ ਤੱਕ ਆਨੰਦ ਹੀ ਆਨੰਦ ਹੈ, ਮੌਜ ਹੀ ਮੌਜ ਹੈ। ਮੈਂ ਇਸੇ ਨੂੰ ਆਪਣੇ ਜੀਵਨ ਦਾ ਸੁਖ ਮੰਨਿਆ ਹੋਇਆ ਹੈ। ਹਾਂਜੀ। ਨੌ ਦਰ ਸਬਰੈ ਸਦਾ ਹੀ, ਆਤਮਲੀਨਤਾ ਜੋਏ। ਹਰ ਮਨੁੱਖ ਨੂੰ ਪਰਮਾਤਮਾ ਨੇ 9 ਦਰਵਾਜ਼ੇ ਲਾਏ ਨੇ, ਤੇ 9 ਦਰਵਾਜ਼ਿਆਂ ਦੇ ਵਿੱਚੋਂ ਹਰ ਵਕਤ ਜਿਹੜੀ ਮਲੀਨਤਾ ਹੈ ਉਹ ਪ੍ਰਗਟ ਹੁੰਦੀ ਰਹਿੰਦੀ ਹੈ, ਅੱਖਾਂ ਦੇ ਰਾਹੀਂ ਵੀ। ਆਪਾਂ ਸਵੇਰੇ ਉੱਠਦੇ ਹਾਂ ਤੇ ਉਹ ਪੀਲੀ ਜੀ ਜਿਹੜੀ ਪੀਕ ਹੁੰਦੀ ਉਹ ਕੀ ਹੈ? ਨਾਸਕਾਵਾਂ ਦੇ ਰਾਹੀਂ, ਕੰਨਾਂ ਦੇ ਰਾਹੀਂ। ਆਪਾਂ ਜਦੋਂ ਕੰਨਾਂ ਵਿੱਚ ਤੀਲਾ ਮਾਰਦੇ ਹਾਂ ਉਦੋਂ ਹੀ ਉਹਦੇ ਵਿੱਚੋਂ ਕੋਈ ਨਾ ਕੋਈ ਮੈਲ ਨਿਕਲ ਆਉਂਦੀ ਹੈ। ਇਹ 9 ਦਰਵਾਜ਼ੇ ਨੇ। 9 ਦਰ ਸਰਵੈ ਸਦਾ ਹੀ, ਆਤਮਲੀਨਤਾ ਜੋਏ। ਇਹਨਾਂ ਦੇ ਰਾਹੀਂ ਪਤਾ ਲੱਗਦਾ ਵੀ ਇਹ ਸਰੀਰ ਜਿਹੜਾ ਇਹ ਮਲੀਨ ਹੈ। ਦੇਖੋ ਜਦੋਂ ਸਾਨੂੰ ਪਸੀਨਾ ਆਉਂਦਾ ਹੈ, ਤੁਸੀਂ ਆਮ ਕੱਪੜੇ ਪਾ ਲਓ ਸਰਦੀਆਂ ਦੇ ਵਿੱਚ, ਭਾਵੇਂ 4 ਦਿਨ ਪਾਈ ਰੱਖੋ, ਤੇ ਗਰਮੀਆਂ 'ਚ 4 ਘੰਟੇ ਵੀ ਔਖੇ ਹੋ ਜਾਂਦੇ ਨੇ। ਤੁਹਾਨੂੰ ਆਪਣੇ ਪਸੀਨੇ ਦੀ ਬਦਬੂ, ਦੂਜੇ ਦੀ ਛੱਡ ਦਿਓ, ਦੂਜੇ ਦੀ ਪਸੀਨੇ ਦੀ ਬਦਬੂ ਜਿਹੜੀ ਹੈ ਨਾ, ਉਹ ਤਾਂ ਹੋ ਸਕਦਾ ਤੁਹਾਨੂੰ ਤੇਜ਼ਾਬ ਵਰਗੀ ਲੱਗੇ। ਬੰਦਾ ਆਪਣੇ ਪਸੀਨੇ ਦੀ ਬਦਬੂ ਤੋਂ ਵੀ ਅੱਕ ਜਾਂਦਾ ਹੈ। ਪਰ ਪੁੱਛੋ ਵੀ ਇਹ ਤੇ ਤੇਰੇ ਆਪਣੇ ਸਰੀਰ 'ਚੋਂ ਹੀ ਨਿਕਲੀ ਹੈ ਭਾਈ। ਤੋ ਸਤਿਗੁਰੂ ਮਹਾਰਾਜ ਕਹਿਣ ਲੱਗੇ ਇਸ ਚਮੜੀ ਦੇ ਰਾਹੀਂ, ਇਹਨਾਂ ਇੰਦਰੀਆਂ ਦੇ ਰਾਹੀਂ ਜਿਹੜੀ ਮਲੀਨਤਾ ਹਰ ਵਕਤ ਪ੍ਰਗਟ ਹੁੰਦੀ ਹੈ। ਹਾਂਜੀ। ਸ਼ੁੱਧ ਹੋਤ ਜਲ ਕੇ ਮਿਲੇ, ਉਚਿਤ ਇਸ਼ਨਾਨੈ ਹੋਏ। ਇਹ ਸ਼ੁੱਧ ਹੋ ਸਕਦੀ ਹੈ ਜੇ ਪਾਣੀ ਮਿਲ ਜਾਏ ਤਾਂ। ਇਸ ਕਰਕੇ ਮੇਰੀ ਮਤ ਮੁਤਾਬਕ ਰਿਸ਼ੀ ਜਿਹੜਾ ਇਸ਼ਨਾਨ ਹੈ ਇਹ ਉਚਿਤ ਹੈ। ਇਸ਼ਨਾਨ ਤੇ ਬੜਾ ਜ਼ਰੂਰੀ ਹੈ ਅਗਰ ਸਰੀਰ ਦੀ ਪਵਿੱਤਰਤਾ ਕਰਨੀ ਹੈ ਤਾਂ। ਹੁਣ ਕੋਈ ਸਾਡੇ ਵਰਗਾ ਇਸ ਭੁਲੇਖੇ 'ਚ ਹੋਵੇ ਵੀ ਮੈਂ ਨਹਾ ਲਿਆ ਤੇ ਮੇਰੇ ਪਾਪ ਉਤਰ ਗਏ ਨੇ, ਇਹ ਸਾਡੀ ਗਲਤੀ ਹੈ ਭਾਈ, ਇਹ ਸਾਡੀ ਗਲਤੀ ਹੈ। ਸਰੋਵਰ, ਪੰਗਤ, ਸੰਗਤ, ਅੰਮ੍ਰਿਤ, ਇਹ ਜਿੰਨੀਆਂ ਸੰਸਥਾਵਾਂ ਨੇ ਤੁਹਾਡੀਆਂ, ਇਹਨਾਂ ਦਾ ਜਿਹੜਾ ਪ੍ਰਤਾਪ ਹੈ ਉਹ ਕੀ ਹੈ ਕਿ ਸਾਡੇ ਵਿੱਚੋਂ ਊਚ ਨੀਚ, ਸਾਡੇ ਵਿੱਚੋਂ ਜਾਤ ਪਾਤ, ਸਾਡੇ ਵਿੱਚੋਂ ਕਲਾਸ ਕਾਸਟ ਸਭ ਖਤਮ ਹੁੰਦਾ ਹੈ। ਹੁਣ ਜਿਵੇਂ ਤੁਸੀਂ ਇੱਥੇ ਬੈਠੇ ਹੋ, ਤੁਸੀਂ ਇੱਕੋ ਕਾਰਪੈਟ ਤੇ ਸਾਰੇ ਬੈਠੇ ਹੋ, ਇੱਕੋ ਗਲੀਚੇ ਦੇ ਉੱਪਰ। ਹੁਣ ਕੋਈ ਆਦਮੀ ਕਵੇ ਜੀ ਮੈਂ ਤੇ ਉੱਤਮ ਆ, ਉੱਤਮ ਆ ਤੇ ਵੀ ਤੂੰ ਭਾਈ ਕੋਈ ਚੌਂਕੀ ਤੇ ਬੈਠਾ ਹੈ, ਕੋਈ ਤੂੰ ਕਿਸੇ ਵੱਖਰੀ ਕੁਰਸੀ ਤੇ ਬੈਠਾ ਹੈ? ਨਹੀਂ। ਤੇ ਜੇ ਤੂੰ ਮੇਰੇ ਵਾਂਗੂ ਹੀ ਬੈਠਾ ਹੈ
ਤਾਂ ਫਿਰ ਤੇਰਾ ਬੈਠਣ ਤੇ ਦੱਸਦਾ ਵੀ ਤੂੰ ਮੇਰੇ ਵਰਗਾ ਹੀ ਹੈ, ਮੈਂ ਤੇਰੇ ਵਰਗਾ ਹਾਂ। ਇਸੇ ਤਰ੍ਹਾਂ ਇਸ਼ਨਾਨ ਹੈ, ਜਦੋਂ ਆਪਾਂ ਇਸ਼ਨਾਨ ਕਰਦੇ ਹਾਂ ਉੱਥੇ ਵੀ ਇਦਾਂ ਹੀ ਹੈ। ਇੱਕੋ ਸਰੋਵਰ ਦੇ ਜਲ ਵਿੱਚ ਅਮੀਰ ਵੀ ਨਹਾ ਰਿਹਾ, ਗਰੀਬ ਵੀ ਨਹਾ ਰਿਹਾ, ਉੱਚੀ ਜਾਤੀ ਵਾਲਾ ਵੀ ਇਸ਼ਨਾਨ ਕਰ ਰਿਹਾ, ਛੋਟੀ ਜਾਤੀ ਵਾਲਾ ਵੀ ਇਸ਼ਨਾਨ ਕਰ ਰਿਹਾ। ਤੇ ਜਦੋਂ ਇੱਕ ਜਗ੍ਹਾ ਇਸ਼ਨਾਨ ਕਰ ਲਿਆ, ਇੱਕ ਜਗ੍ਹਾ ਬੈਠ ਕੇ ਭਗਤੀ ਕਰ ਲਈ, ਇੱਕ ਪੰਗਤ ਵਿੱਚ ਬੈਠ ਕੇ ਲੰਗਰ ਛਕ ਲਿਆ, ਇੱਕੋ ਜਿਹੀਆਂ ਥਾਲੀਆਂ, ਇੱਕੋ ਜਿਹੀ ਦਾਲ ਸਬਜ਼ੀ ਪ੍ਰਸ਼ਾਦਾ ਵਰਤਿਆ, ਤੇ ਫਿਰ ਉਸ ਤੋਂ ਬਾਅਦ ਵੀ ਆਦਮੀ ਕਵੇ ਨਹੀਂ ਜੀ ਮੈਂ ਤੁਹਾਡੇ ਨਾਲੋਂ ਵੱਡਾ ਹਾਂ ਜੀ। ਵੀ ਤੂੰ ਵੱਡਾ ਕਿਵੇਂ ਹੈ? ਗੁਰੂ ਘਰ ਦੇ ਵਿੱਚ ਤਾਂ ਇਹ ਵਿਸ਼ੇਸ਼ਤਾ ਹੀ ਕੋਈ ਨਹੀਂ ਹੈਗੀ। ਅਗਰ ਕੋਈ ਹੈ ਵੀ ਹੈ ਤਾਂ ਮੇਰੇ ਵਰਗੇ ਦੀ ਮੂਰਖਤਾ ਕਰਕੇ ਹੈ ਕਿ ਆਪਾਂ ਕਿਸੇ ਨੂੰ ਅੱਗੇ ਕਰ ਲੈਂਦੇ, ਕਿਸੇ ਨੂੰ ਪਿੱਛੇ ਕਰ ਲੈਂਦੇ ਆ। ਮਰਿਆਦਾ 'ਚ ਐਸਾ ਕੁਝ ਨਹੀਂ ਹੈ। ਗੁਰੂ ਦੇ ਘਰ ਦੇ ਵਿੱਚ ਸਿਧਾਂਤ ਇਹ ਹੈ ਕਿ 4 ਵਰਣ ਇੱਕ ਵਰਨ ਕਰਾਇਆ। ਗੁਰੂ ਨੇ ਤਾਂ ਸਾਨੂੰ ਸਾਰਿਆਂ ਨੂੰ ਬਰਾਬਰ ਕਰ ਦਿੱਤਾ ਸੀ। ਹਾਂਜੀ। ਨਾਨਕ ਨਾਮ ਸੁਣਿਓ ਰਿਖ ਜਬ ਹੀ, ਬੰਧਨ ਕਰੀ ਬੰਦ ਕਰ ਤਬ ਹੀ। ਉਸ ਰਿਸ਼ੀ ਨੇ ਨਾ ਸੁਣਿਆ ਨਾਨਕ, ਦੋਵੇਂ ਹੱਥ ਜੋੜੇ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਹਾਂਜੀ। ਕਹਿਣ ਲਗਿਓ ਕੀਨੀ ਬਹੁ ਦਇਆ, ਤੁਮ ਹਰ ਰੂਪ ਦਰਸ ਮੁਝ ਦਇਆ। ਕਹਿਣ ਲੱਗਾ ਜੀ ਤੁਸੀਂ ਬੜੀ ਕਿਰਪਾ ਕੀਤੀ, ਤੁਸੀਂ ਮੈਨੂੰ ਆਪਣੇ ਰੱਬ ਰੂਪ ਦਰਸ਼ਨ ਬਖਸ਼ੇ ਨੇ। ਤੁਸੀਂ ਆਪ ਆਏ ਹੋ ਔਰ ਆਪ ਆ ਕੇ ਤੁਸੀਂ ਦਰਸ਼ਨ ਦਿੱਤੇ ਨੇ। ਇਹ ਤੁਸੀਂ ਮੇਰੇ ਤੇ ਬੜਾ ਵੱਡਾ ਪਰਉਪਕਾਰ ਕੀਤਾ ਹੈ। ਹਾਂਜੀ। ਹਉ ਅਨਜਾਨ ਨ ਪੂਰਬ ਜਾਣਿਓ, ਅਬ ਜਾਣਿਓ ਜਬ ਨਾਮ ਬਖਾਨਿਓ। ਹਉ ਅਨਜਾਨ ਨ ਪੂਰਬ ਜਾਣਿਓ, ਅਬ ਜਾਣਿਓ ਜਬ ਨਾਮ ਬਖਾਨਿਓ। ਕਹਿਣ ਲੱਗਾ ਜੀ ਮੇਰੇ ਤੋਂ ਗਲਤੀ ਹੋ ਗਈ, ਮੈਂ ਅਣਜਾਣ ਸੀ, ਮੈਂ ਜਾਣ ਨਹੀਂ ਪਾਇਆ ਤੁਹਾਨੂੰ, ਤੁਸੀਂ ਜਨਾਇਆ ਤੇ ਹੁਣ ਮੈਨੂੰ ਜਾਣਕਾਰੀ ਹੋ ਗਈ ਕਿ ਤੁਸੀਂ ਹੀ ਨਾਨਕ ਹੋ। ਦੇਖੋ ਇਹ ਸਤਿਗੁਰੂ ਦੀ ਬਾਣੀ 'ਚ ਲਿਖਿਆ, ਜਿਸ ਨੂੰ ਤੂੰ ਜਾਣਾਹੇ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੇ। ਹਰ ਬੰਦਾ ਬਾਣੀ ਨਹੀਂ ਪੜ੍ਹ ਸਕਦਾ। ਦੇਖੋ ਬਾਕੀ ਧਰਮਾਂ ਦੀ ਗੱਲ ਤਾਂ ਮੈਨੂੰ ਪਤਾ ਨਹੀਂ, ਪਰ ਅੱਜ ਤੋਂ ਬਾਅਦ ਤੁਸੀਂ ਆਪਣੇ ਆਪਣੇ ਘਰ ਵਿੱਚ ਜਾ ਕੇ ਵੇਖਿਓ ਵੀ ਸਾਡੇ ਸਿੱਖਾਂ ਦਾ ਹਾਲ ਕਿੰਨਾ ਬੁਰਾ ਹੈ। ਉਸ ਵਕਤ ਜਦੋਂ ਸਵੇਰੇ ਸ਼ਾਮ ਗੁਰਦੁਆਰੇ ਵਿੱਚ ਖਲੋ ਕੇ ਪੜ੍ਹਦੇ ਹੋਈਏ ਕਿ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਤੇ ਫਿਰ ਘਰ ਦੇ ਉੱਤੇ ਵੇਖੋਗੇ ਤੇ ਤੁਹਾਨੂੰ ਤੌੜੀ ਮਿਲੇਗੀ। ਕੱਲ੍ਹ ਪਰਸੋਂ ਇੱਕ ਸੱਜਣ ਕਾਲੀ ਪਰਾਂਦੀ ਲੈ ਕੇ ਆ ਗਿਆ ਤਾਬਿਆ। ਪਹਿਲਾਂ ਉਹਨੇ ਗੱਡੀ ਦੀ ਚਾਬੀ ਦਿੱਤੀ, ਮੈਂ ਅਰਦਾਸ ਕਰਤੀ ਵੀ ਮਹਾਰਾਜ ਸੱਚੇ ਪਾਤਸ਼ਾਹ ਸ਼ੁਕਰ ਹੈ ਤੂੰ ਬੱਚੇ ਨੂੰ ਕਾਰ ਦਿੱਤੀ ਹੈ, ਸੁੱਖ ਹੰਡਣੀ ਹੋਵੇ। ਉਹਨੇ ਚਾਬੀ ਫੜ ਕੇ ਪਰਾਂਦੀ ਫੜਾਤੀ ਕਾਲੇ ਰੰਗ ਦੀ। ਮੈਂ ਕੋਈ ਇਹਦਾ ਕੀ ਕਰਨਾ ਹੀ? ਕਹਿੰਦਾ ਕਾਰ ਦੇ ਮਗਰ ਬਣੂਗਾ। ਮੈਂ ਕਿਹਾ ਕਾਕਾ ਅਰਦਾਸ ਤੋਂ ਬਾਅਦ ਪਰਾਂਦੀ ਦੀ ਲੋੜ ਹੈ? ਕਹਿੰਦਾ ਬਾਬਾ ਜੀ ਮੈਂ ਸਮਝ ਗਿਆ। ਤੁਸੀਂ ਗੱਡੀ ਵੇਖੋਗੇ ਥੱਲੇ ਕਾਲੀ ਪਰਾਂਦੀ ਬੱਧੀ ਹੋਏਗੀ, ਕੋਈ ਟੁੱਟੀ ਜੁੱਤੀ ਬੱਧੀ ਹੋਏਗੀ, ਮਕਾਨ ਦੇ ਉੱਤੇ ਤੌੜੀ ਰੱਖੀ ਹੋਏਗੀ। ਬੱਚੇ ਦਾ ਮੂੰਹ ਵੇਖੋ ਤੇ ਇੱਥੇ ਉਹਦੇ ਕਾਲਾ ਜਿਹਾ ਇੱਕ ਤਿਲ ਬਣਾਇਆ ਹੋਏਗਾ। ਪੈਰਾਂ ਵੱਲ ਵੇਖੋ ਤੇ ਪੈਰਾਂ 'ਚ ਕਾਲਾ ਧਾਗਾ ਪਾਇਆ ਹੋਏਗਾ। ਗਲੇ 'ਚ ਵੇਖੋ ਤੇ ਕੋਈ ਨਾ ਕੋਈ ਤਵੀਤ ਪਾਇਆ ਹੋਏਗਾ। ਇੱਦਾਂ ਮੋਢੇ ਨੂੰ ਫੜ ਕੇ ਵੇਖ ਲਓ ਤੇ ਤਾਂ ਕੁਛ ਨਾ ਕੁਛ ਉਹਨੇ ਬੱਧਾ ਹੋਏਗਾ। ਜੇ ਉਹਦਾ ਹੱਥ ਫੜੋ ਇੱਥੇ ਗੁੱਟ ਤੇ ਉਹਨੇ ਮੌਲੀਆਂ ਬੱਧੀਆਂ ਹੋਣਗੀਆਂ। ਅਜੇ ਵੀ ਸਿੱਖ ਆਪਾਂ। ਜੇ ਆਪਾਂ ਸਿੱਖਿਆ ਤੇ ਕਰਮਕਾਂਡੀ ਕੌਣ ਹੈ? ਕਿ ਜਦੋਂ ਤੁਸੀਂ ਇੱਥੇ ਗੁਰਦੁਆਰੇ ਆਉਂਦੇ ਹੋ ਕਦੇ ਕੋਈ ਕਿਸੇ ਨੇ ਤੁਹਾਨੂੰ ਧਾਗਾ ਤਵੀਤ ਦਿੱਤਾ? ਦੇਖੋ ਜੇ ਤੇ ਕਾਲਾ ਧਾਗਾ ਤੁਹਾਨੂੰ ਗੁਰਦੁਆਰੇ ਤੋਂ ਮਿਲਿਆ, ਮੌਲੀ ਮਿਲੀ ਹੈ, ਕੋਈ ਤਵੀਤ ਮਿਲਿਆ ਤੇ ਪਾ ਲਓ।
ਨਹੀਂ ਅਸੀਂ ਤਾਂ ਜੀ ਗੁਰੂ ਘਰ ਨੂੰ ਮੰਨਦੇ ਆ, ਤੇ ਗੁਰੂ ਘਰ ਤੋਂ ਮੌਲੀਆਂ ਤੇ ਕਿਸੇ ਨੇ ਨਹੀਂ ਦਿੱਤੀਆਂ ਕਦੇ ਤੁਹਾਨੂੰ। ਤੁਹਾਡੇ ਘਰ ਕਿੱਥੋਂ ਆ ਗਈਆਂ ਭਾਈ? ਤੁਹਾਡੇ ਹੱਥਾਂ ਬਾਹਾਂ ਤੇ ਧਾਗੇ ਤਵੀਤ ਕਿੱਥੋਂ ਆ ਗਏ? ਇਹਦਾ ਅਰਥ ਕੀ ਹੈ? ਇਹਦਾ ਅਰਥ ਹੈ ਵੀ ਆਵਾਗਮਨ ਤੁਹਾਡਾ ਗੁਰਦੁਆਰੇ ਵਿੱਚ ਹੈ, ਤੇ ਮੰਨਣਾ ਮਨਾਉਣਾ ਇਹ ਤੁਹਾਡਾ ਕਿਤੇ ਬਾਬਿਆਂ ਕੋਲੇ ਹੈ, ਜੋਤਸ਼ੀਆਂ ਕੋਲੇ ਹੈ, ਪੁੱਛਾਂ ਦੇਣ ਵਾਲਿਆਂ ਕੋਲੇ ਹੈ, ਡੋਲੀਆਂ ਖਡਾਉਣ ਵਾਲਿਆਂ ਕੋਲੇ ਹੈ, ਧਾਗੇ ਤਵੀਤ ਦੇਣ ਵਾਲਿਆਂ ਕੋਲੇ ਹੈ, ਜਿਹੜੇ ਸੁਆਦੀਆਂ ਪੁੜੀਆਂ ਦਿੰਦੇ ਉਹਨਾਂ ਕੋਲੇ ਹੈ। ਸਿੱਖ ਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਸੀ। ਜਿਸ ਘਰ ਵਿੱਚ ਬਾਣੀ ਪੜ੍ਹੀ ਜਾਂਦੀ ਹੈ ਉਸ ਘਰ ਦੇ ਵਿੱਚ ਕੋਈ ਸਾੜ ਸਤੀ ਨਹੀਂ ਹੋ ਸਕਦੀ। ਅੱਜ ਵੀ ਉਹ ਪਰਿਵਾਰ ਨਾਵਲਟੀ ਸਿਨੇਮਾ ਹੈ ਨਾ ਜਿੱਥੇ ਦਿੱਲੀ 'ਚ, ਉਹਦੇ ਪਿਛਲੇ ਬੰਨੇ ਬਹੁਤ ਵੱਡੀ ਮਾਰਕੀਟ ਹੈ। ਹੁਣ ਪਤਾ ਨਹੀਂ, ਇੱਕ ਮੈਂ ਤੇ ਗੱਲ ਹੀ ਸੁਣ ਕੇ ਮੈਨੂੰ ਵੀ ਕਈ ਵਾਰੀ ਸ਼ੱਕ ਜਿਹਾ ਪੈਂਦਾ, ਗਿਆਨੀ ਜੀ ਏਸ਼ੀਆ ਦੀ ਸਭ ਤੋਂ ਵੱਡੀ ਮਾਰਕੀਟ ਹੈ। ਕੋਈ ਕਹਿੰਦਾ ਜੀ ਉੱਥੇ ਹੈ, ਕੋਈ ਕਹਿੰਦਾ ਜੀ ਉੱਥੇ ਹੈ, ਕੋਈ ਕਹਿੰਦਾ ਜੀ ਇੱਥੇ ਹੈ। ਹੋ ਵੀ ਸਕਦੀ, ਮੈਨੂੰ ਇਹਦੀ ਨੌਲੇਜ ਨਹੀਂ ਹੈਗੀ। ਉੱਥੇ ਚਾਦਰਾਂ ਚੂਦਰਾਂ ਇਹ ਸਾਰਾ ਬੈੱਡ ਸ਼ੀਟਾਂ ਉੱਥੇ ਮਿਲਦੀਆਂ ਨੇ। ਉੱਥੇ ਇੱਕ ਬੜਾ ਵੱਡਾ ਗਾਂਧੀ ਪਰਿਵਾਰ ਹੈ। ਹੁਣ ਉਸ ਪਰਿਵਾਰ ਵਿੱਚ ਇੱਕ ਬੱਚਾ ਸਰਦਾਰ ਹੈ। ਮੈਂ ਸੁਣ ਕੇ ਹੈਰਾਨ ਸੀਗਾ। ਉਹ ਕਹਿੰਦੇ ਗਿਆਨੀ ਜੀ ਸਾਡੇ ਪਰਿਵਾਰ ਵਿੱਚ ਕੋਈ ਵੀ ਕਦੇ ਇਹਦਾ ਮੂੰਹ ਨਹੀਂ ਫਟਕਾਰਦਾ। ਸਾਡੇ ਸਾਰੇ ਬੰਦੇ ਸਭ ਤੋਂ ਵੱਧ ਕੋਈ ਕੰਮ ਕਰਨ ਪਹਿਲਾਂ ਇਹਨੂੰ ਅੱਗੇ ਕਰਦੇ ਨੇ, ਹਾਲਾਂਕਿ ਸਾਡੇ ਹੀ ਭਤੀਜਾ ਹੈ। ਅਸੀਂ ਆਪਣੇ ਹੀ ਬੱਚੇ ਨੂੰ ਸਿੱਖ ਬਣਾਇਆ, ਪਰ ਅਸੀਂ ਇਹਦੇ ਤੇ ਬੜਾ ਮਾਣ ਕਰਦੇ ਹਾਂ। ਸਿੱਖ ਇਹਨੂੰ ਕਹਿੰਦੇ ਨੇ। ਮਤਲਬ ਹਿੰਦੂ ਬੱਚੇ ਨੂੰ ਸਿੱਖ ਬਣਾ ਕੇ ਆਪਣੇ ਪਰਿਵਾਰ ਵਿੱਚ ਫੈਮਿਲੀ 'ਚ ਮਾਣ ਕਰਨ, ਤੇ ਆਪਾਂ ਕਿੱਥੇ ਪਹੁੰਚ ਗਏ? ਅਸਲ ਵਿੱਚ ਆਪਾਂ ਕਹਿਣ ਮਾਤਰ ਸਿੱਖ ਹਾਂ। ਹੁਣ ਇਹ ਜਦੋਂ ਸ਼ਬਦ ਆਪਾਂ ਸੁਣ ਰਹੇ ਹਾਂ, ਉਹ ਰਿਸ਼ੀ ਕਹਿੰਦਾ ਜੀ ਮੈਂ ਤੇ ਅਣਜਾਣ ਸੀ, ਮੇਰੇ ਤੋਂ ਗਲਤੀ ਹੋ ਗਈ। ਇਹ ਤੇ ਤੁਸੀਂ ਜਣਾਇਆ ਤੇ ਮੈਨੂੰ ਪਤਾ ਲੱਗਾ ਵੀ ਤੁਸੀਂ ਨਾਨਕ ਹੋ। ਜੇ ਤੁਸੀਂ ਨਾਨਕ ਹੋ ਤੇ ਮੇਰੀ ਤੁਹਾਨੂੰ ਨਮਸਕਾਰ ਹੈ। ਸ਼ਬਦ ਆਪਾਂ ਪੜ੍ਹਦੇ ਹਾਂ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਉਹ ਕੱਲ ਰਾਖੀ ਦੇ ਅਰਥ ਕੀ ਕਰੋਗੇ ਫਿਰ? ਕੱਲ ਰਾਖੀ ਦਾ ਅਰਥ ਕੀ ਕਰੋਗੇ? ਕਿ ਤੁਹਾਨੂੰ ਭੂਤਾ ਪ੍ਰੇਤਾਂ ਤੋਂ ਨਹੀਂ ਬਚਾਏਗਾ, ਨਜ਼ਰ ਤੋਂ ਨਹੀਂ ਬਚਾਏਗਾ? ਕਿ ਉਹ ਛੋਟੀਆਂ ਮੋਟੀਆਂ ਜਿਹੜੀਆਂ ਸਾੜ ਸਤੀਆਂ ਨੇ ਉਹਨਾਂ ਤੋਂ ਨਹੀਂ ਬਚਾਏਗਾ? ਤੇ ਫਿਰ ਕਾਹਦਾ ਵੱਡਾ ਸਤਿਗੁਰੂ ਨਾਨਕ ਹੋਇਆ ਭਾਈ? ਅਸਲ ਵਿੱਚ ਉਹ ਸਤਿਗੁਰੂ ਹਰ ਪ੍ਰਕਾਰ ਦੀ ਸਾਡੇ ਤੇ ਕਿਰਪਾ ਕਰਦਾ ਔਰ ਕਰੇਗਾ। ਆਪਾਂ ਜਿੰਨੀ ਕਥਾ ਗੁਰੂ ਨਾਨਕ ਸਾਹਿਬ ਦੀ ਸੁਣ ਰਹੇ ਹਾਂ, ਵੱਡੇ ਵੱਡੇ ਦੇਵ ਦੈਤ ਰਾਖਸ਼ ਜਦੋਂ ਸਤਿਗੁਰੂ ਦੇ ਸਨਮੁਖ ਆਉਂਦੇ ਨੇ, ਸਭ ਆ ਕੇ ਦੇਵਤਿਆਂ ਵਾਂਗ ਸਤਿਗੁਰੂ ਦੇ ਚਰਨਾਂ ਤੇ ਮੱਥੇ ਟੇਕਦੇ ਨੇ, ਆਪਣੀ ਮੁਕਤੀ ਕਰਵਾ ਕੇ ਜਾਂਦੇ ਨੇ, ਮੋਕਸ਼ ਲੈ ਕੇ ਜਾਂਦੇ ਨੇ ਗੁਰੂ ਦੇ ਦਰ ਤੋਂ। ਹਾਂਜੀ। ਕਲੀ ਕਾਲ ਮਤ ਮੰਦ ਲਖੈ ਨਰ, ਜਾਂ ਤੇ ਹਰ ਅਵਤਾਰ ਧਰਾ ਧਰ। ਅਸਲ ਵਿੱਚ ਕਲਯੁਗ ਦੇ ਲੋਕ ਮੰਦੀ ਮਤ ਵਾਲੇ ਲੋਕ ਨੇ। ਰਿਸ਼ੀ ਕਹਿੰਦਾ ਹੈ ਨਾਨਕ ਜੀ ਇਸੇ ਕਰਕੇ ਤੁਸੀਂ ਅਵਤਾਰ ਧਾਰਿਆ, ਇਸੇ ਕਰਕੇ ਤੁਸੀਂ ਇਸ ਮਾਤ ਲੋਕ ਦੇ ਵਿੱਚ ਆਏ ਹੋ। ਹਾਂਜੀ। ਪੂਰਬ ਸੁਣੀ ਤੁਮਾਰੀ ਗਾਥਾ, ਦਰਸ ਦੇਨ ਅਬ ਕੀਨ ਸਨਾਥਾ। ਮੈਂ ਤੁਹਾਡੀ ਗਾਥਾ ਪਹਿਲਾਂ ਸੁਣੀ ਹੋਈ ਹੈ, ਤੁਹਾਡੀ ਕਥਾ, ਤੁਹਾਡੀ ਵਡਿਆਈ, ਤੇ ਤੁਸੀਂ ਦਰਸ਼ਨ ਦੇ ਕੇ ਮੈਨੂੰ ਸਨਾਥ ਕਰ ਦਿੱਤਾ, ਕਿਉਂਕਿ ਤੁਸੀਂ ਇਸ ਯੁੱਗ ਦੇ ਅਵਤਾਰ ਹੋ ਤੇ ਮੈਂ ਤੁਹਾਨੂੰ ਆਪਣਾ ਇਸ਼ਟ ਪ੍ਰਵਾਨ ਕਰਦਾ। ਹਾਂਜੀ। ਮਨਸ ਪ੍ਰੇਮ ਹੋਵੇ ਗਦ ਗਦ ਬਾਣੀ, ਜਾਣੇ ਸਫਲੀ ਦੇਹ ਮਹਾਨੀ। ਕਹਿੰਦੇ ਉਹ ਜਿਹੜਾ ਮੁਨੀ ਸੀ, ਰਿਸ਼ੀ ਸੀ, ਉਹ ਪ੍ਰਸੰਨ ਹੋ ਗਿਆ। ਉਹਨੂੰ ਇੰਜ ਲੱਗਿਆ ਕਿ ਅੱਜ ਮੇਰਾ ਜਨਮ ਜਿਹੜਾ ਸਫਲਾ ਹੋ ਗਿਆ, ਹੁਣ ਮੈਨੂੰ ਹੋਰ ਕਿਸੇ ਸਾਧਨਾ ਦੀ ਲੋੜ ਨਹੀਂ ਹੈ।
ਗੁਰੂ ਦੇ ਦਰਸ਼ਨਾਂ ਦਾ ਪੁੰਨ ਪ੍ਰਤਾਪ, ਪੁੰਨ ਫਲ, ਗੁਰੂ ਦੇ ਦਰਸ਼ਨਾਂ ਦੇ ਤੇਜ ਦਾ ਮਹਾਤਮ, ਇਹ ਮੈਨੂੰ ਮੁਕਤੀ ਦੇ ਦਰਵਾਜ਼ੇ ਤੱਕ ਲੈ ਕੇ ਜਾਏਗਾ। ਹਾਂਜੀ। ਮਨ ਕੋ ਪ੍ਰੇਮ ਦੇਖ ਗਤ ਦਾਨੀ, ਮ੍ਰਿਦਲ ਮਦਰ ਮੁਖ ਬੋਲੇ ਬਾਣੀ। ਸਤਿਗੁਰੂ ਜੀ ਨੇ ਵੇਖਿਆ ਕਿ ਉਸ ਮੁਨੀ ਨੂੰ ਬਹੁਤ ਖੁਸ਼ੀ ਹੈ, ਪ੍ਰਸੰਨਤਾ ਹੈ, ਨਿਹਾਲ ਹੋ ਗਿਆ। ਗੁਰੂ ਦੇ ਦਰਸ਼ਨ ਹੋ ਗਏ, ਗੁਰੂ ਦੇ ਬਚਨ ਸੁਣ ਲੈ, ਤਾਂ ਸੱਚੇ ਪਾਤਸ਼ਾਹ ਮਹਾਰਾਜ ਵੀ ਤੁਰਟ ਪਏ। ਕਿਰਪਾ ਦੇ ਘਰ ਵਿੱਚ ਆ ਕੇ ਇਹ ਬਚਨ ਆਖੇ ਨੇ। ਹਾਂਜੀ। ਜੇ ਨਰ ਤੁਮਰਾ ਕਰ ਤੋ ਮਿਲਾਪੈ, ਤਿਨ ਕੋ ਮਾਇਆ ਮੋਹ ਨ ਵਿਆਪੈ। ਸਤਿਗੁਰੂ ਕਹਿਣ ਲੱਗੇ, ਮਹਾਤਮਾ ਅੱਜ ਤੋਂ ਬਾਅਦ ਜਿਹੜਾ ਵੀ ਵਿਅਕਤੀ ਤੈਨੂੰ ਮਿਲੇਗਾ ਉਹਨੂੰ ਤੇਰੇ ਵੀ ਦਰਸ਼ਨਾਂ ਦਾ ਪੁੰਨ ਫਲ ਮਿਲੇਗਾ। ਕੀ ਪੁੰਨ ਫਲ ਮਿਲੇਗਾ? ਕਿ ਉਸ ਤੋਂ ਬਾਅਦ ਕਦੇ ਇਹ ਮੋਹ ਮਾਇਆ ਜਿਹੜੀ ਹੈ ਇਹ ਉਸ ਬੰਦੇ ਤੇ ਵਿਆਪੇਗੀ ਨਹੀਂ, ਲਾਗੂ ਨਹੀਂ ਹੋਏਗੀ। ਹਾਂਜੀ। ਸਤ ਸੰਗਤ ਹੈ ਸੁਖ ਇਸ ਥਾਨਾ, ਪਰ ਅਪਰ ਪਦਾਰਥ ਕੋ ਨ ਸਮਾਨਾ। ਸਤ ਸੰਗਤ ਸੁਖ ਦਾ ਸਭ ਤੋਂ ਵੱਡਾ ਅਸਥਾਨ ਹੈ। ਕੋਈ ਵੀ ਵਿਅਕਤੀ ਅਗਰ ਚਾਹੁੰਦਾ ਹੈ ਮੈਂ ਸੁਖ ਲੈਣਾ ਹੈ ਤੇ ਆ ਕੇ ਨਾ ਸੰਗਤ ਵਿੱਚ ਬਹਿ ਜਾ ਕਰੋ। ਲੱਖ ਕਰਜ਼ਾ ਹੋਵੇ, ਲੱਖ ਬਿਮਾਰੀ ਹੋਵੇ, ਲੱਖ ਚਿੰਤਾਵਾਂ ਹੋਣ, ਔਰ ਤੁਸੀਂ ਨੋਟ ਕਰਿਓ ਜਿੰਨੇ ਮਿੰਟ ਇੱਥੇ ਬੈਠੋਗੇ ਦੁਨੀਆ ਤੋਂ ਟੁੱਟ ਜਾਓਗੇ। ਠੀਕ ਹੈ, ਬਾਹਰ ਨਿਕਲੋਗੇ ਉਹ ਫਿਰ ਗੱਲਾਂ ਸਾਹਮਣੇ ਆਉਣਗੀਆਂ, ਪਰ ਜਿੰਨਾ ਚਿਰ ਇੱਥੇ ਬੈਠੇ ਆ ਉਹਨਾਂ ਚਿਰ ਬਿਲਕੁਲ ਸਕੂਨ ਰਹੇਗਾ। ਉਹ ਜਿਵੇਂ ਕਹਿੰਦੇ ਨਾ ਵੀ ਪੁੱਛੋ ਵੀ ਕੀ ਹਾਲ ਹੈ, ਕਹਿੰਦਾ ਹੁਣ ਤੇ ਮੈਂ ਪੇਨ ਕਿਲਰ ਲਿਆ, ਹੁਣ ਤੇ ਠੀਕ ਹੈ। ਇਹ ਪੇਨ ਕਿਲਰ ਹੈ। ਜਿਹੜੀ ਸੰਗਤ ਹੈ ਨਾ, ਜਿੰਨਾ ਚਿਰ ਬੈਠੋਗੇ ਕੋਈ ਦਰਦ ਨਹੀਂ ਹੈ, ਕੋਈ ਪੀੜਾ ਨਹੀਂ ਹੈ, ਕੋਈ ਚਿੰਤਾ ਨਹੀਂ ਹੈ, ਕੋਈ ਫਿਕਰ ਹੈ ਹੀ ਨਹੀਂ। ਇੱਥੋਂ ਉਠਾਂਗੇ ਤੇ ਫਿਰ ਠੀਕ ਹੈ, ਦੁਨੀਆ ਦਾ ਜੋ ਵਰਤਾਰਾ ਹੈ ਅਸੀਂ ਵੀ ਉਹਦਾ ਇੱਕ ਹਿੱਸਾ ਹਾਂ ਭਾਈ। ਪਰ ਜੇ ਇਦਾਂ ਦੀ ਅਵਸਥਾ ਬਣ ਗਈ ਜਿਹੜੀ ਇੱਥੇ ਬਣੀ ਹੋਈ ਹੈ ਤੇ ਫਿਰ ਬਾਹਰ ਜਾ ਕੇ ਵੀ ਫਰਕ ਨਹੀਂ ਪਵੇਗਾ। ਹਾਂਜੀ। ਇਸ ਪ੍ਰਕਾਰ ਕਹਿ ਪੰਕਜ ਬਦਨਾ, ਆਨ ਥਾਨ ਗਮਨੇ ਸੁਖ ਸਦਨਾ। ਇੱਥੋਂ ਫਿਰ ਸਤਿਗੁਰੂ ਜੀ ਅੱਗੇ ਚੱਲੇ ਨੇ। ਕਮਲ ਫੁੱਲ ਦੇ ਮੁਖੜੇ ਵਰਗੇ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਰਿਸ਼ੀ ਨੂੰ, ਮੁਨੀ ਨੂੰ ਨਵਾਜ ਕੇ ਅੱਗੇ ਪ੍ਰਸਥਾਨ ਕਰਦੇ ਨੇ। ਹਾਂਜੀ। ਸ਼੍ਰੀ ਅੰਗਦ ਜੀ ਸੁਣ ਗੁਣ ਭਵਨੰ, ਤਹ ਤੇ ਕੀਨ ਗੁਰੂ ਪੁਨ ਗਵਨੰ। ਹੇ ਗੁਰੂ ਅੰਗਦ ਸਾਹਿਬ ਅਗਲੀ ਕਥਾ ਸੁਣੋ। ਇੱਥੋਂ ਫਿਰ ਅੱਗੇ ਗੁਰੂ ਨਾਨਕ ਸਾਹਿਬ ਚੱਲੇ ਨੇ। ਹਾਂਜੀ। ਤਤ ਛਿਨ ਉਲਕਾ ਗਿਰ ਪਰ ਆਏ, ਮਰਦਾਨੇ ਤਬ ਵਾਕ ਅਲਾਏ। ਇੱਥੋਂ ਜਦੋਂ ਸਤਿਗੁਰੂ ਚੱਲੇ ਤੇ ਅੱਗੇ ਪਹਾੜ ਆਇਆ ਉਲਕਾ, ਇਹ ਵੀ ਪਹਾੜ ਦਾ ਨਾਂ ਹੈ। ਇੱਥੇ ਜਦੋਂ ਪਹੁੰਚੇ ਤਾਂ ਭਾਈ ਮਰਦਾਨਾ ਸਤਿਗੁਰੂ ਨੂੰ ਬੇਨਤੀ ਕਰਕੇ ਪੁੱਛਦੇ ਨੇ। ਹਾਂਜੀ। ਜਿਸ ਮਾਰਗ ਮੈਂ ਹਮ ਚਲ ਜਾਹੀ, ਕੌਣ ਦੇਸ਼ ਆਵੇ ਇਸ ਮਾਹੀ। ਭਾਈ ਮਰਦਾਨਾ ਕਹਿੰਦਾ ਬਾਬਾ ਵੀ ਜਦੋਂ ਇੱਥੋਂ ਹੁਣ ਆਪਾਂ ਅੱਗੇ ਚੱਲਾਂਗੇ ਤੇ ਰਾਹ ਦੇ ਵਿੱਚ ਕਿਹੜੇ ਕਿਹੜੇ ਦੇਸ਼ ਆਉਣਗੇ, ਕਿਹੜੇ ਕਿਹੜੇ ਸ਼ਹਿਰ ਆਉਣਗੇ, ਕਿੱਥੋਂ ਕਿੱਥੋਂ ਦੀ ਆਪਾਂ ਲੰਘ ਕੇ ਜਾਣਾ ਹੈ, ਭਾਵ ਦੱਸ ਦਿਓਗੇ ਕਿ ਹੁਣ ਆਪਾਂ ਕਿਹੜੇ ਕਿਹੜੇ ਦੇਸ਼ ਦੇ ਵਿੱਚੋਂ ਦੀ ਲੰਘਣਾ ਹੈ, ਆਪਾਂ ਕਿੱਧਰ ਨੂੰ ਚੱਲੇ ਆਪਾਂ। ਹਾਂਜੀ। ਕਿਤਕ ਦਿਵਸ ਮੈਂ ਆਪਣੇ ਦੇਸ਼ਾ, ਪਹੁੰਚेंगे ਪਣੀਏ ਜਗਤੇਸ਼ਾ। ਆਪਣਾ ਦੇਸ਼ ਕਿੰਨੀ ਦੂਰ ਹੈ, ਜਿੱਥੇ ਆਪਣੇ ਘਰ ਨੇ, ਕਦੋਂ ਪਹੁੰਚਾਂਗੇ ਆਪਾਂ, ਕਿੰਨੇ ਮਹੀਨੇ ਕਿੰਨੇ ਸਾਲ ਹੋਰ ਸਮਾਂ ਲੱਗੇਗਾ। ਹਾਂਜੀ। ਸੁਣ ਕਰ ਸ੍ਰੀ ਪ੍ਰਭ ਗਿਰਾ ਉਚਾਰੀ, ਬੰਦਰ ਇਹ ਕਰਾਟ ਅਗਾਰੀ। ਇਹ ਜਦੋਂ ਕਥਾ ਸੁਣਨੀ ਇੱਕ ਗੱਲ ਦਾ ਧਿਆਨ ਰੱਖਣਾ ਕਿ ਸਤਿਗੁਰੂ ਨੇ 21 ਸਾਲ ਯਾਤਰਾਵਾਂ ਕੀਤੀਆਂ ਨੇ। 21 ਸਾਲ
ਬੜੀਆਂ ਸਾਰੀਆਂ ਨੌਕਰੀਆਂ ਨੇ, ਇਹ ਇੰਨੇ 'ਚ ਹੀ ਮੁੱਕ ਜਾਂਦੀਆਂ ਨੇ। ਜਿਵੇਂ ਆਰਮੀ ਹੈ, ਆਰਮੀ ਦੇ ਵਿੱਚ 17 18 19 20 ਸਾਲਾਂ 'ਚ ਬੰਦਾ ਪੂਰੀ ਨੌਕਰੀ ਕਰਕੇ ਪੈਨਸ਼ਨ ਲੈ ਕੇ ਵਾਪਸ ਆ ਜਾਂਦਾ। ਸਤਿਗੁਰੂ 21 ਸਾਲ ਟਰੈਵਲ ਕੀਤਾ, ਸਫ਼ਰ ਕੀਤਾ। ਇਹਨੂੰ ਨਾਂ ਕੀ ਦਿੱਤਾ ਹੈ? ਚਾਰ ਉਦਾਸੀਆਂ, ਪੰਜਵੀਂ ਪੰਜਾਬ ਫੇਰੀ। ਹੁਣ ਤੁਸੀਂ ਚਾਰ ਨਾਂ ਗਿਣੋ, ਵੇਖੋ ਜਿਹੜੀ ਪੰਜਵੀਂ ਹੈ ਉਹ ਤਾਂ ਬਹੁਤ ਛੋਟੀ ਹੈ ਕਿ ਕਰਤਾਰਪੁਰ ਤੋਂ ਸਤਿਗੁਰੂ ਜੀ ਅਚਲ ਬਟਾਲੇ ਆਉਂਦੇ ਨੇ, ਬਸ ਉਹ ਤੇ ਕਰਾਵੀ ਦਰਿਆ ਹੀ ਪਾਰ ਕੀਤਾ ਉਹਨਾਂ ਨੇ। ਬਾਕੀ ਚਾਰ ਰਹਿ ਗਈਆਂ। ਹੁਣ ਚਲੋ ਪੰਜਾਬ ਦੀ ਨੂੰ ਤੁਸੀਂ ਸਾਲ ਗਿਣ ਲਓ, 20 ਸਾਲ ਬਚ ਗਏ। ਹੁਣ 20 ਨੂੰ 4 ਤੇ ਡਿਵਾਈਡ ਕਰ ਲਓ, ਤਕਸੀਮ ਕਰ ਲਓ। ਇਹਦਾ ਅਰਥ ਕੀ ਹੈ? 5-5 ਸਾਲ ਸਤਿਗੁਰੂ ਘਰ ਵਾਪਸ ਨਹੀਂ ਆਏ। ਉਹਦੇ ਵਿੱਚ ਕੋਈ ਸਮਾਂ ਘੱਟ ਹੋਏਗਾ, ਕਿਤੇ 3 ਸਾਲ ਹੋਏ ਤੇ ਫਿਰ ਦੂਜੇ 8 ਸਾਲ ਬਣ ਜਾਣਗੇ। ਕਦੇ ਆਪਾਂ ਇਦਾਂ ਸੋਚਦੇ ਨਹੀਂ ਆ। ਆਪਾਂ ਸੋਚਦੇ 4 ਉਦਾਸੀਆਂ ਕੀਤੀਆਂ। 4 ਉਦਾਸੀਆਂ ਦਾ ਮਤਲਬ ਇਹ ਹੈ ਕਿ ਸਤਿਗੁਰੂ ਰਬਾਬ ਤੇ ਚੜ੍ਹ ਗਏ, ਪਿੱਛੇ ਭਾਈ ਮਰਦਾਨਾ ਬਹਿ ਗਿਆ, ਨਾਲ ਬਾਲਾ ਬਹਿ ਗਿਆ, ਲੈ ਇੱਧਰ ਗਏ ਇੱਧਰ ਗਏ ਇੱਧਰ ਗਏ। ਉਹ ਕਹਿੰਦੇ ਨੇ ਵੀ ਰਮਾਇਣ ਕੀ ਹੈ? ਕਹਿੰਦਾ ਰਮਾਇਣ ਤੇ ਕੁਝ ਵੀ ਨਹੀਂ। ਉਹ ਕਹਿੰਦਾ ਵੀ ਰਮਾਇਣ ਕੁਝ ਵੀ ਨਹੀਂ। ਕਹਿੰਦਾ ਰਾਮ ਰਾਮ ਰਾਮੜਾ, ਉਹਨੇ ਉਹਦੀ ਜੋਰੋ ਚੁੱਕ ਲਈ, ਉਹਨੇ ਫੂਕਤਾ ਗਾਂਬੜਾ। ਉਹ ਕਹਿੰਦਾ ਸੁਣਨ ਵਾਲਾ ਕਹਿੰਦਾ ਜੀ ਮੈਂ ਸਮਝਿਆ ਨਹੀਂ। ਕਹਿੰਦਾ ਇੱਕ ਰਾਮ ਸੀ ਇੱਕ ਰਾਵਣ ਸੀ। ਕਹਿੰਦਾ ਠੀਕ ਹੈ। ਕਹਿੰਦੇ ਰਾਵਣ ਨੇ ਸੀਤਾ ਜੀ ਨੂੰ ਚੁੱਕ ਲਿਆ ਤੇ ਰਾਮਚੰਦਰ ਜੀ ਨੇ ਉਹਦੀ ਲੰਕਾ ਸਾੜਤੀ। ਕਹਿੰਦਾ ਇੰਨੀ ਕਿਤੇ ਰਮਾਇਣ ਹੈ। ਸਾਨੂੰ ਵੀ ਇਦਾਂ ਹੀ ਲੱਗਦਾ ਉਦਾਸੀਆਂ ਇੰਨੀਆਂ ਕੀ ਨੇ ਵੀ ਬਾਬਾ ਰਬਾਬ ਤੇ ਚੜ੍ਹਿਆ ਤੇ ਉਦਾਸੀਆਂ ਪੂਰੀਆਂ ਹੋ ਗਈਆਂ। ਨਹੀਂ, ਸਾਲੋ ਸਾਲ ਸਤਿਗੁਰੂ ਜੀ ਟਰੈਵਲ ਕਰਦੇ ਸੀ, ਸਾਲੋ ਸਾਲ। ਹੁਣ ਉਹ ਸਾਲ ਜਿਹੜੇ ਨੇ ਕਿਤੇ 7-8 ਵੀ ਹੋ ਜਾਣਗੇ, ਕਿਤੇ 2-3 ਵੀ ਰਹਿ ਜਾਣਗੇ, ਤਾਂ ਜਾ ਕੇ ਸੰਸਾਰ ਦਾ ਉਧਾਰ ਹੋਇਆ। ਆਪਾਂ ਨੂੰ ਗੁਰੂ ਨਾਨਕ ਸਾਹਿਬ ਦੀ ਕਰਨੀ ਦੀ ਗੱਲ ਸਮਝ ਨਹੀਂ ਆ ਰਹੀ। ਇਸੇ ਕਰਕੇ ਜਿਹੜਾ ਆਉਂਦਾ ਨਹੀਂ ਜੀ ਸਾਰੇ ਪੀਰ ਫਕੀਰ ਬਰਾਬਰ ਹੀ ਹੁੰਦੇ ਨੇ। ਹਾਂਜੀ ਬਰਾਬਰ ਹੀ ਹੁੰਦੇ ਨੇ, ਜੇ ਨਾ ਪਤਾ ਹੋਵੇ ਤੇ ਬਰਾਬਰ ਹੀ ਹੁੰਦੇ ਨੇ। ਹੁਣ ਬਰਾਬਰ ਆਪਾਂ ਜਿਵੇਂ ਘਰ 'ਚ ਕਹਿੰਦੇ ਆ ਜੀ ਸਾਰੇ ਜੀ ਬਰਾਬਰ ਹੀ ਹੁੰਦੇ ਨੇ, ਬਰਾਬਰ ਹੀ ਹੁੰਦੇ ਨੇ। ਪਰ 80 ਸਾਲ ਦਾ ਬਜ਼ੁਰਗ ਤੇ 2 ਸਾਲ ਦਾ ਬੱਚਾ ਬਰਾਬਰ ਹੋ ਜਾਏਗਾ? ਇੱਕ ਘਰ ਦੀ ਸੁਆਣੀ ਘਰ ਸੰਭਾਲਦੀ ਹੈ, ਇੱਕ ਬੰਦਾ ਪੂਰਾ ਸੰਸਾਰ ਘੁੰਮ ਕੇ ਆਉਂਦਾ ਹੈ, ਕਿ ਦੋਵੇਂ ਬਰਾਬਰ ਹੋ ਜਾਣਗੇ? ਨਹੀਂ, ਟੀਮ ਵਰਕ ਤੇ ਕਹਿ ਸਕਦੇ ਹੋ ਤੁਸੀਂ, ਬਰਾਬਰ ਨਹੀਂ ਹੈ। ਟੀਮ ਵਰਕ ਹੋ ਸਕਦਾ ਹੈ ਵੀ ਕਿਸੇ ਨੇ ਇੱਥੇ ਕੰਮ ਕਰ ਲਿਆ, ਕਿਸੇ ਨੇ ਉੱਥੇ ਕੰਮ ਕਰ ਲਿਆ, ਬਰਾਬਰ ਕਿਵੇਂ ਹੋ ਗਿਆ? ਹੁਣ ਉਹ ਜਿਹਨੇ ਸੰਸਾਰ ਘੁੰਮਿਆ, ਹੁਣ ਉਹਨੂੰ ਕਹੋ ਵੀ ਤੂੰ ਭਾਈ ਆਟਾ ਵੀ ਗੁੰਨਣਾ ਹੈ ਤੇ ਸਾਗ ਵੀ ਬਣਾਉਣਾ ਹੈ ਤੇ ਮੱਕੀ ਦੀ ਰੋਟੀ ਵੀ ਪਕਾਉਣੀ ਹੈ, ਪੈ ਗਿਆ ਨਾ ਵਕਤਾ ਉਹਨੂੰ। ਤੇ ਜਿਹਨੇ ਰੋਜ਼ ਮੱਕੀ ਦੀ ਰੋਟੀ ਬਣਾਈ ਤੇ ਸਾਗ ਬਣਾਇਆ, ਹੁਣ ਉਹਨੂੰ ਕਿਹਾ ਜਾਵੇ ਭੈਣ ਨੂੰ ਵੀ ਤੂੰ ਐਤਕਾਂ ਚਾਈਨਾ ਦਾ ਗੇੜਾ ਤੂੰ ਲਾ ਕੇ ਆਉਣਾ, ਪੈ ਗਿਆ ਨਾ ਵਕਤਾ। ਉਹ ਵਿਚਾਰੀ ਕੀ ਕਰੂਗੀ? ਹੁਣ ਕੀ ਪਤਾ ਕਿ ਕਿਹੜੇ ਜਹਾਜ਼ ਤੇ ਕਿੱਥੋਂ ਚੜ੍ਹੀਦਾ, ਚਾਈਨਾ 'ਚ ਜਾ ਕੇ ਕਿਹੜੀ ਭਾਸ਼ਾ ਬੋਲਣੀ ਹੈ, ਕਿਹੜੇ ਹੋਟਲ 'ਚ ਰਹਿਣਾ ਹੈ, ਕਿੱਥੋਂ ਇੰਡੀਅਨ ਖਾਣਾ ਮਿਲਣਾ ਹੈ, ਉਹਨੂੰ ਕੀ ਪਤਾ ਵਿਚਾਰੀ ਨੂੰ? ਬਰਾਬਰ ਨਹੀਂ ਹੈ ਸਭ ਕੁਝ। ਇੱਕ ਪਰਿਵਾਰ ਵਿੱਚ ਟੀਮ ਵਰਕ ਇੱਕ ਹੋ ਸਕਦਾ ਹੈ, ਪਰ ਸਭ ਵੱਖਰੇ ਵੱਖਰੇ ਨੇ। ਗੁਰੂ ਨਾਨਕ ਸਾਹਿਬ ਦੀ ਆਪਣੀ ਵਡਿਆਈ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜਦੋਂ ਇੱਥੇ ਉਲਕਾ ਪਹਾੜ ਤੇ ਆਏ ਤੇ ਭਾਈ ਮਰਦਾਨਾ ਪੁੱਛਦਾ ਸੁਣ ਕਰ ਕਿਤਕ ਦਿਵਸ ਮੈਂ ਆਪਣੇ ਦੇਸ਼ਾ ਪਹੁੰਚेंगे ਭਨੀਏ ਜਗਤੇਸ਼ਾ। ਕਈ ਸਾਲ ਹੋ ਗਏ ਸੀ, ਪਤਾ ਨਹੀਂ ਭਾਈ ਮਰਦਾਨੇ ਨੂੰ ਕਿੱਥੋਂ ਖਿਆਲ ਆ ਗਿਆ, ਕਹਿਣ ਲੱਗਾ ਬਾਬਾ ਇੱਧਰ ਆਪਣਾ ਦੇਸ਼ ਵੀ ਆਏਗਾ, ਤੇ ਜੇ ਆਪਣਾ ਦੇਸ਼ ਆਏਗਾ ਤੇ ਕਿੰਨਾ ਚਿਰ ਹੋਰ ਲੱਗੇਗਾ। ਹਾਂਜੀ। ਸੁਣ ਕਰ ਸ੍ਰੀ ਪ੍ਰਭ ਗਿਰਾ ਉਚਾਰੇ, ਬੰਦਰ ਇਹ ਘਰਾਟ ਅਗਾਰੀ। ਸਤਿਗੁਰੂ ਕਹਿਣ ਲੱਗੇ ਉਲਕਾ ਪਹਾੜ ਤੋਂ ਬਾਅਦ ਅੱਗੇ ਆਏਗਾ ਮਰਦਾਨਿਆਂ ਬੰਦਰ ਘਾਟ।
ਹਾਂਜੀ। ਤਿਹ ਤੇ ਲਾਹਰ ਬੰਦਰ ਆਵੇ, ਬਹੁਰੋ ਆਪਣੋ ਦੇਸ਼ ਦਸਾਵੇ। ਬੰਦਰ ਘਾਟ ਤੋਂ ਬਾਅਦ ਆਵੇਗਾ ਲਾਹਰ ਬੰਦਰ, ਇੱਕ ਅਗਲਾ ਘਾਟ ਹੈ। ਉਸ ਤੋਂ ਅੱਗੇ ਫਿਰ ਆਪਣਾ ਪੰਜਾਬ ਦੇਸ਼ ਆਵੇਗਾ। ਭਾਵ ਅਜੇ ਉਲਕਾ ਪਹਾੜ ਤੋਂ ਬਾਅਦ ਬੰਦਰ ਘਾਟ, ਉਸ ਤੋਂ ਬਾਅਦ ਲਾਹਰ ਬੰਦਰ, ਤੇ ਫਿਰ ਆਪਣਾ ਪੰਜਾਬ ਆਉਣਾ ਹੈ। ਹਾਂਜੀ। ਕਿਤੇ ਦੂਰ ਪ੍ਰਭ ਸਦਨ ਹਮਾਰਾ, ਮੁਝੇ ਪ੍ਰਮਾਣ ਬਤਾਵੋ ਸਾਰਾ। ਭਾਈ ਮਰਦਾਨਾ ਕਹਿਣ ਲੱਗੇ, ਬਾਬਾ ਕੋਈ ਪ੍ਰਮਾਣ ਦਿਓਗੇ, ਕੋਈ ਗਿਣਤੀ ਮਿਣਤੀ ਦੱਸੋਗੇ ਵੀ ਆਪਣਾ ਦੇਸ਼ ਕਿੰਨੇ ਮੀਲ, ਕਿੰਨੇ ਯੋਜਨ, ਕਿੰਨੀ ਦੂਰ ਹੈ। ਜਿਵੇਂ ਆਪਾਂ ਅੱਜ ਦੇ ਤਰੀਕੇ ਨਾਲ ਪੁੱਛੀਏ ਵੀ ਇੱਥੋਂ ਕਿੰਨੇ ਕਿਲੋਮੀਟਰ ਹੋਏਗਾ ਜੀ, ਕਿੰਨੇ ਮੀਲ ਹੋਏਗਾ। ਪਹਿਲਾਂ ਜਿਹੜੇ ਸੀ ਉਹ ਯੋਜਨ ਮੰਨੇ ਜਾਂਦੇ ਸੀ, ਕਿੰਨੇ ਯੋਜਨ ਹੋਏਗਾ। ਹਾਂਜੀ। ਬਿਗਸਤ ਬੋਲੇ ਬਚਨ ਗੁਸਾਈ, ਆਇਓ ਸਦਨ ਯਾਦ ਤੁਝ ਤਾਈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਕੀ ਹੋ ਗਿਆ ਮਰਦਾਨਿਆ, ਤੈਨੂੰ ਘਰ ਯਾਦ ਆ ਗਿਆ? ਕੀ ਧਿਆਨ ਘਰ ਵਿੱਚ ਚਲਾ ਗਿਆ? ਕੀ ਬੱਚਿਆਂ ਦੀ ਯਾਦ ਆ ਗਈ ਹੈ ਤੈਨੂੰ? ਹਾਂਜੀ। ਪਈ ਲਾਲਸਾ ਮਿਲਨੇ ਕੇਰੀ, ਦੇਹ ਪੁਚਾਏ ਤੁਝੇ ਬਿਨ ਦੇਰੀ। ਜੇ ਮਰਦਾਨਿਆ ਲਾਲਸਾ ਬਣੀ ਹੈ ਕਿ ਬੱਚਿਆਂ ਨੂੰ ਮਿਲਣਾ ਹੈ, ਤਾਂ ਸਤਿਗੁਰੂ ਕਹਿਣ ਲੱਗੇ ਤੈਨੂੰ ਫਿਰ ਹੁਣੇ ਹੀ ਪਹੁੰਚਾ ਦਿੰਨੇ ਆ, ਕਰ ਅੱਖਾਂ ਬੰਦ ਕਰ, ਤੈਨੂੰ ਭੇਜ ਦਿੰਨੇ ਆ, ਤੂੰ ਘਰ ਚਲਾ ਜਾ। ਹਾਂਜੀ। ਮਿਲੋ ਕੁਟੰਬ ਸੰਗ ਹਰ ਖਾਇਆ, ਤਿਨ ਬਿਨ ਬਹੁਤੋ ਕਾਲ ਬਿਤਾਇਆ। ਜਾ ਮਰਦਾਨਿਆ ਕੁਝ ਦਿਨ ਆਪਣੇ ਘਰ ਪਰਿਵਾਰ ਬੱਚਿਆਂ ਵਿੱਚ ਰਹਿ, ਕਿਉਂਕਿ ਬਹੁਤਾ ਸਮਾਂ ਤੂੰ ਆਪਣੇ ਬੱਚਿਆਂ ਤੋਂ ਦੂਰ ਗੁਜ਼ਾਰ ਚੁੱਕਾ ਹੈ। ਸ਼ਾਇਦ ਅੱਜ ਤੈਨੂੰ ਬੱਚਿਆਂ ਦਾ ਤਾਂ ਚੇਤਾ ਆ ਗਿਆ। ਹਾਂਜੀ। ਪ੍ਰਭ ਤੁਮ ਚਲੋ ਕਿ ਨਾਹੀ ਪਉਨੰ, ਕਰ ਆਏ ਅਬ ਬਹੁਤਾ ਗਉਨੰ। ਭਾਈ ਮਰਦਾਨਾ ਕਹਿਣ ਲੱਗਾ, ਬਾਬਾ ਫਿਰ ਤੁਸੀਂ ਵੀ ਘਰ ਜਾਓਗੇ? ਕਿ ਜੇ ਮੈਨੂੰ ਬਹੁਤ ਟਾਈਮ ਹੋ ਗਿਆ, ਸਮਾਂ ਹੋ ਗਿਆ, ਤੇ ਤੁਹਾਨੂੰ ਵੀ ਤਾਂ ਹੋ ਗਿਆ। ਜੇ ਮੈਂ ਘਰ ਜਾਵਾਂਗਾ, ਆਪਣੇ ਪਰਿਵਾਰ ਬੱਚਿਆਂ ਵਿੱਚ ਰਵਾਂਗਾ, ਤੇ ਕੀ ਤੁਸੀਂ ਵੀ ਆਪਣੇ ਘਰ ਪਰਿਵਾਰ ਬੱਚਿਆਂ ਵਿੱਚ ਜਾ ਕੇ ਮਿਲੋਗੇ, ਬੈਠੋਗੇ, ਰਹੋਗੇ? ਹਾਂਜੀ। ਮਾਤ ਪਿਤਾ ਸੁਤ ਆਦਿਕ ਸਾਰੇ, ਚਹਿਤ ਮਿਲਨ ਕੋ ਅਦਕ ਤਿਹਾਰੇ। ਤੁਹਾਡੇ ਮਾਤਾ ਪਿਤਾ, ਤੁਹਾਡੇ ਪੁੱਤਰ, ਸਤਿਗੁਰੂ ਉਹ ਵੀ ਤਾਂ ਤੁਹਾਨੂੰ ਮਿਲਣਾ ਚਾਹੁੰਦੇ ਹੋਣਗੇ, ਉਹ ਵੀ ਤਾਂ ਉਡੀਕਦੇ ਹੋਣਗੇ। ਹਾਂਜੀ। ਸ੍ਰੀ ਗੁਰ ਪਨ ਹਮੇ ਕਰਤਾਰਾ, ਲੈ ਜਾਵੇ ਜਬ ਜਾਹੇ ਅਗਾਰਾ। ਇੱਥੇ ਅਗਾਰ ਦਾ ਅਰਥ ਵੀ ਕਰ ਹੈ। ਸਤਿਗੁਰੂ ਕਹਿਣ ਲੱਗੇ, ਨਹੀਂ ਮਰਦਾਨਿਆ, ਅਸੀਂ ਅਜੇ ਨਹੀਂ ਜਾਣਾ, ਸਾਨੂੰ ਤਾਂ ਜਦੋਂ ਪਰਮੇਸ਼ਰ ਲੈ ਕੇ ਜਾਏਗਾ ਤੇ ਚਲੇ ਜਾਵਾਂਗੇ, ਸਾਡਾ ਤੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ, ਤੇਰਾ ਹੈਗਾ ਤੇ ਤੈਨੂੰ ਭੇਜ ਦਿੰਨੇ ਆ। ਹਾਂਜੀ। ਤੂੰ ਜੋ ਚਾਹਤ ਮੈਂ ਤੂਰਨ ਜਾਉ, ਜਾਹੋ ਸਦਨ ਖਿਨ ਮੈਂ ਪਹੁੰਚਾਉ। ਸਤਿਗੁਰੂ ਕਹਿਣ ਲੱਗੇ, ਤੂੰ ਜਾ, ਅਸੀਂ ਤੈਨੂੰ ਛਿਨ ਮਾਤਰ ਸਮੇਂ ਵਿੱਚ ਪਹੁੰਚਾਵਾਂਗੇ, ਤੇ ਤੂੰ ਜਾ ਕੇ ਆਪਣੇ ਪਰਿਵਾਰ ਵਿੱਚ ਹੱਸ ਖੇਡ ਮਿਲ। ਹਾਂਜੀ। हे प्रभ मैं तुम संग सोहेला, अब मुझ देवन लगे तकेला। ਕਹਿਣ ਲੱਗਾ, ਨਹੀਂ ਬਾਬਾ, ਮੈਂ ਤੁਹਾਡੇ ਨਾਲ ਹੀ ਸੁਖੀ ਹਾਂ, ਸੁਹੇਲਾ, ਸੁਖੀ ਨਹੀਂ, ਮੈਨੂੰ ਧੱਕਾ ਨਾ ਦਿਓ, ਮੈਂ ਨਹੀਂ ਜਾਣਾ, ਮੈਨੂੰ ਜ਼ਬਰਦਸਤੀ ਨਾ ਘੱਲੋ। ਕਿਉਂਕਿ ਅੱਗੇ ਇਹ ਕਥਾ ਆਪਾਂ ਸੁਣ ਚੁੱਕੇ ਹਾਂ ਕਿ ਇੱਕ ਦੋ ਵਾਰੀ ਭਾਈ ਮਰਦਾਨੇ ਨੇ ਕਿਹਾ, ਜੀ ਮੈਂ ਤੇ ਘਰ ਚੱਲਿਆ। ਸਤਿਗੁਰਾਂ ਕਿਹਾ ਵੀ ਨਾ ਜਾ। ਨਹੀਂ ਨਹੀਂ, ਮੈਂ ਤੇ ਚੱਲਿਆ। ਸਤਿਗੁਰੂ ਕਹਿੰਦੇ ਚਲੇ ਜਾ। ਅੱਗੋਂ ਕੌਡੇ ਰਾਖਸ਼ ਨੇ ਫੜ ਲਿਆ, ਮਸਾ ਛਡਾਇਆ। ਹੁਣ ਭਾਈ ਮਰਦਾਨੇ ਨੂੰ ਇਹ ਗੱਲ ਸਮਝ ਆ ਗਈ ਸੀ ਕਿ ਸੁਖ ਜਿਹੜਾ ਹੈ ਉਹ ਗੁਰੂ ਨਾਨਕ ਦੀ ਰਜ਼ਾ ਵਿੱਚ ਹੈ, ਉਹਦੇ ਹੁਕਮ ਦੇ ਵਿੱਚ ਹੈ, ਉਹਦੇ ਭਾਣੇ ਦੇ ਵਿੱਚ ਹੈ, ਉਹਦੀ ਆਗਿਆ ਦੇ ਵਿੱਚ ਹੈ। ਜੇ ਆਪਾਂ ਵੀ ਸੁਖ ਚਾਹੁੰਦੇ ਆ ਨਾ, ਇਹ ਆ ਕੇ ਨਾ ਪੜਾਇਆ ਨਾ ਕਰੀ ਆਪਾਂ, ਸਾਡੀ ਗਲਤੀ ਇਹ ਹੈ। ਆਪਾਂ ਕਹਿੰਦੇ ਗੁਰੂ ਨੂੰ ਵੀ ਜੇ ਤੂੰ ਮੈਨੂੰ ਉਸ ਕਲੋਨੀ 'ਚ ਮੈਨੂੰ ਆਹ ਘਰ ਲੈ ਕੇ ਦਵੇਂ ਨਾ, ਮੈਂ ਫੇਰ ਠੀਕ ਆ।
ਵੀ ਤੈਨੂੰ ਕਿੱਦਾਂ ਪਤਾ ਲੱਗਾ ਵੀ ਤੂੰ ਉਸ ਘਰ 'ਚ ਠੀਕ ਹੈ? ਤੂੰ ਮੈਨੂੰ ਆਹ ਹੀ ਗੱਡੀ ਲੈ ਕੇ ਦਵੇਂ ਤੇ ਮੈਂ ਤਾਂ ਠੀਕ ਆ, ਮੈਨੂੰ ਆਹ ਹੀ ਦੁਕਾਨ ਮਿਲੇ ਤੇ ਮੈਂ ਤਾਂ ਠੀਕ ਆ, ਆਹ ਪਲਾਟ ਦੀ ਰਜਿਸਟਰੀ ਮੇਰੇ ਨਾਂ ਹੋਵੇ ਤੇ ਮੈਂ ਤਾਂ ਠੀਕ ਆ, ਵੀ ਤੈਨੂੰ ਕਿੱਦਾਂ ਪਤਾ? ਹਾਂ, ਇਹ ਤੇ ਕਿਹਾ ਜਾ ਸਕਦਾ ਹੈ ਵੀ ਮੈਨੂੰ ਪਲਾਟ ਚਾਹੀਦਾ ਹੈ, ਗੱਡੀ ਚਾਹੀਦੀ ਹੈ, ਘਰ ਚਾਹੀਦਾ ਹੈ, ਦੁਕਾਨ ਚਾਹੀਦੀ ਹੈ, ਇਹ ਤੇ ਗੱਲ ਸਮਝ ਆ ਗਈ। ਪਰ ਇਹੋ ਹੀ ਚਾਹੀਦਾ ਹੈ, ਇਹ ਨਹੀਂ ਮੈਨੂੰ ਸਮਝ ਆਉਂਦੀ ਵੀ ਇਹ ਕੀ ਹੈ। ਆ ਜਿਹੜੀ ਅਸੀਂ ਸੁਖਣਾ ਸੁਖਦੇ ਹਾਂ ਜਾਂ ਜਿਹੜਾ ਅਸੀਂ ਗੁਰੂ ਨਾਲ ਉਹ ਵਪਾਰ ਕਰਦੇ ਹਾਂ, ਉਹ ਇਹਦੇ ਤੇ ਆਧਾਰਿਤ ਹੈ। ਘਰ ਮੰਗਣਾ ਗੁਨਾਹ ਨਹੀਂ ਹੈ। ਭਗਤ ਜੀ ਦਾ ਸ਼ਬਦ ਹੈ, ਦਾਲ ਸੀਧਾ ਮੰਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਪਨੀਆਂ ਛਾਦਨ ਨੀਕਾ, ਅਨਾਜ ਮੰਗੋ ਸਤ ਸੀਕਾ। ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਘਰ ਕੀ ਗੀਹਣ ਚੰਗੀ, ਜਨ ਧੰਨਾ ਲੇਵੇ ਮੰਗੀ। ਇਹ ਤਾਂ ਠੀਕ ਹੈ ਵੀ ਵਹੁਟੀ ਚਾਹੀਦੀ ਹੈ, ਪਰ ਅਸੀਂ ਕਹਿੰਦੇ ਨਹੀਂ ਵਹੁਟੀ ਨਹੀਂ, ਇਹੀ ਕੁੜੀ ਚਾਹੀਦੀ, ਇਹਦੇ ਨਾਲ ਹੀ ਵਿਆਹ ਕਰਨਾ ਹੈ। ਵੀ ਤੈਨੂੰ ਕੀ ਪਤਾ ਵੀ ਇਹ ਸੰਜੋਗ ਤੇਰੇ ਹੈਗੇ ਨੇ ਕਿ ਨਹੀਂ ਹੈਗੇ? ਉੱਥੇ ਸਾਰਾ ਜੀਵਨ ਜਿਹੜਾ ਉਹ ਮੁੜ ਕੇ ਪ੍ਰਭਾਵਿਤ ਹੋ ਜਾਂਦਾ ਹੈ। ਫਿਰ ਉਹਦੇ ਲਈ ਅਸੀਂ ਚਲੀਹੇ ਵੀ ਕੱਟਦੇ ਹਾਂ, ਉਹਦੇ ਵਾਸਤੇ ਫਿਰ ਅਸੀਂ ਕਈ ਉਕਤੀਆਂ ਜੁਗਤੀਆਂ ਵੀ ਲੜਾਉਂਦੇ ਹਾਂ। ਤੇ ਮੈਂ ਆਪ ਜੀ ਨੂੰ ਬਹੁਤ ਵਾਰੀ ਇੱਕ ਆਪਣੀ ਨਿੱਜੀ ਗੱਲ ਦੱਸੀ ਹੈ ਕਿ ਮੇਰੀ ਨਾ ਭੂਆ ਦੀ ਕੁੜੀ ਹੈ ਇੰਗਲੈਂਡ। ਮੈਂ ਤਾਂ ਛੋਟਾ ਜਿਹਾ ਸੀ ਜਦੋਂ ਉਹਦਾ ਵਿਆਹ ਹੋਇਆ, ਵਿਆਹ ਉਹਦਾ ਮੈਂ ਵੇਖਿਆ। ਤੇ ਬੜੇ ਸਮੇਂ ਬਾਅਦ 1999 ਵਿੱਚ ਮੈਂ 98 ਦਸੰਬਰ 'ਚ ਗਿਆ ਸੀ, 4 ਦਸੰਬਰ ਨੂੰ ਇੰਗਲੈਂਡ ਪਹਿਲੀ ਵਾਰ 98 'ਚ। ਉਦੋਂ ਮੈਂ 2-3 ਮਹੀਨੇ ਰਿਹਾ ਤੇ ਮੈਂ ਭੈਣ ਦੇ ਘਰ ਵੀ ਗਿਆ। ਮੈਂ ਕਿਹਾ ਸੁਣਾ ਭੈਣ ਕੀ ਹਾਲ ਹੈ? ਆ ਕੋਈ ਹਾਲ ਨਹੀਂ ਹੈਗਾ। ਮੈਂ ਕੀ ਹੋਇਆ? ਆ ਜਿਹੜੀਆਂ ਤੁਹਾਡੀਆਂ ਬਾਬਿਆਂ ਦੀਆਂ ਮਾਲਾਂ ਨੇ ਨਾ ਬਸ। ਮੈਂ ਕਿਹਾ ਬਾਬਿਆਂ ਦੀ ਮਾਲਾ ਨੇ ਕੀ ਕੀਤਾ? ਉਧਰ ਮੈਨੂੰ ਉਹਨੇ ਆਪਣੀ ਕਥਾ ਸੁਣਾਈ। ਉਹ ਸੀ ਪੜ੍ਹਦੀ ਕਾਲਜ ਵਿੱਚ, ਤੇ ਉਹਨੂੰ ਕਿਸੇ ਨੇ ਕਹਿ ਦਿੱਤਾ ਵੀ ਇੰਨੀਆਂ ਮਾਲਾ ਰਾਤ ਨੂੰ ਇੰਨੇ ਵਜੇ ਉੱਠ ਕੇ ਇਸ਼ਨਾਨ ਕਰਕੇ ਜੇ ਪਾਠ ਕਰੀਏ ਤਾਂ ਜੋ ਮੰਗੀਏ ਤੇ ਮਿਲ ਜਾਂਦਾ ਹੈ। ਹੁਣ ਉਹਨੇ ਕੀ ਕੀਤਾ? ਬੱਚੀ ਸੀ, ਉਹਨੇ ਮਨ ਵਿੱਚ ਇਹ ਧਾਰ ਲਿਆ ਵੀ ਮੇਰਾ ਵਿਆਹ ਬਾਹਰ ਹੋ ਜਾਏ, ਫੋਰਨ 'ਚ। ਉਹ ਜੀ ਰਾਤ ਨੂੰ ਉੱਠਣ ਲੱਗ ਗਈ। ਰਾਤ ਨੂੰ ਨਹਾ ਧੋ ਕੇ ਹੋਸਟਲ ਦੇ ਵਿੱਚ ਹੀ ਉਹਨੇ ਚੌਕੜੀ ਮਾਰ ਕੇ ਉਹ ਮਾਲਾ ਫੇਰਨੀਆਂ ਸ਼ੁਰੂ ਕਰਤੀਆਂ। ਇਹ ਗੱਲ ਉਹਦੀ ਆਪਣੀ ਦੱਸਣ ਦੀ ਹੈ। ਕਹਿੰਦੀ 20 ਦਿਨਾਂ 'ਚ ਵਿਆਹ ਹੋ ਗਿਆ ਮੇਰਾ, 10 ਦਿਨ ਮੈਂ ਵਿਆਹ ਤੋਂ ਬਾਅਦ ਪੂਰੇ ਕੀਤੇ ਆਪਣੇ। ਤੇ ਮੈਂ ਕਿਹਾ ਹੁਣ ਸੁਣਾ? ਕਹਿੰਦੀ ਉਸੇ ਮਾਲਾ ਦੀ ਫਸੀ ਆ ਮੈਂ, ਅਜੇ ਤੱਕ ਨਹੀਂ ਛੁੱਟੀ। ਕਹਿੰਦੀ ਇਹਦਾ ਅਰਥ ਕੀ ਹੈ? ਤੁਸੀਂ ਜਿੱਦ ਕਰਕੇ ਰੱਬ ਤੋਂ ਕੁਝ ਲੈ ਲੋਗੇ ਤੇ ਕੀ ਗਰੰਟੀ ਹੈ ਉਹ ਤੁਹਾਨੂੰ ਸੁੱਖ ਦੇਗਾ? ਰੱਬ ਕੋਲੋਂ ਮੰਗਣਾ ਗੁਨਾਹ ਨਹੀਂ ਹੈ। ਜ਼ਰੂਰ ਕਹੋ ਕਿ ਪ੍ਰਮਾਤਮਾ ਮੈਂ ਚਾਹੁੰਦਾ ਮੈਂ ਵਿਦੇਸ਼ ਚਲਾ ਜਾਵਾਂ, ਪਰ ਇਹ ਮੈਨੂੰ ਨਹੀਂ ਪਤਾ, ਇਹ ਤੈਨੂੰ ਪਤਾ ਹੈ ਕਿ ਕਿਹੜੀ ਧਰਤੀ ਮੇਰੇ ਲਈ ਠੀਕ ਹੈ, ਕਿਹੜਾ ਟਾਈਮ ਮੇਰੇ ਲਈ ਠੀਕ ਹੈ, ਕਿਹੜੀ ਲਾਈਨ ਮੇਰੇ ਵਾਸਤੇ ਠੀਕ ਹੈ। ਉਹ ਜਿੱਥੇ ਤੂੰ ਮੈਨੂੰ ਘੱਲੇਗਾ ਮੈਂ ਠੀਕ ਖੁਸ਼ ਰਵਾਂਗਾ। ਸਾਨੂੰ ਨਾ ਅੱਧੀ ਗੱਲ ਕਿ ਪੜ੍ਹਾਈ ਹੈ ਲੋਕਾਂ ਨੇ, ਪੂਰੀ ਨਹੀਂ ਪੜ੍ਹਾਈ। ਇਹ ਠੀਕ ਹੈ ਕਿ ਬਾਰਕ ਵਾਂਗੀ ਹੋ ਸਭ ਕੁਛ ਮੰਗਾ, ਅਸੀਂ ਬੱਚਿਆਂ ਵਾਂਗੂ ਮੰਗਦੇ ਆ, ਨਹੀਂ ਮਾਂ ਪਿਓ ਦਿੰਦਾ ਤੇ ਜ਼ਮੀਨ ਤੇ ਲੇਟਣਾ ਸ਼ੁਰੂ ਕਰ ਦਿੰਦੇ ਆ। ਜਿਹੜੇ ਕਮਲੇ ਮਾਂ ਬਾਪ ਹੁੰਦੇ ਨੇ ਉਹ ਦੇ ਦਿੰਦੇ ਨੇ, ਜਿਹੜੇ ਸਿਆਣੇ ਮਾਂ ਬਾਪ ਹੁੰਦੇ ਨੇ ਉਹ ਕਹਿੰਦੇ ਕਾਕਾ ਤੂੰ ਲੇਟ ਹੀ ਲਾ, ਚੀਜ਼ ਤਾਂ ਨਹੀਂ ਦਿੰਦੇ ਤੈਨੂੰ ਅਸੀਂ। ਤੇਰੇ ਛੋਟੇ ਜਿਹੇ ਨੂੰ ਸਾਈਕਲ ਫੜਾ ਦਈਏ, ਬਾਹਰ ਜਾ ਕੇ ਕਿਸੇ ਗੱਡੀ ਥੱਲੇ ਆ ਜਾਏਗਾ ਤੂੰ,
ਤੈਨੂੰ ਤੀਲਾਂ ਵਾਲੀ ਡੱਬੀ ਦੇ ਦਈਏ, ਪੂਰਾ ਘਰ ਅੱਗ ਲਾ ਕੇ ਸਾੜ ਦੇਗਾ ਤੂੰ। ਬੱਚੇ ਦੀ ਜਿੱਦ ਦਾ ਕੀ ਹੁੰਦਾ, ਆਪਾਂ ਤੇ ਬੱਚੇ ਆ। ਚਾਹੀਦਾ ਇਹ ਹੈ ਕਿ ਜਦੋਂ ਅਰਦਾਸ ਵੀ ਕਰੋ ਨਾ, ਜਦੋਂ ਮੈਂ ਅਰਦਾਸ ਕਰਦਾ ਤੇ ਇੱਕ ਸ਼ਬਦ ਦਾ ਜ਼ਰੂਰ ਧਿਆਨ ਕਰਿਆ ਕਰੋ। ਹਾਲਾਂਕਿ ਜਿੰਨੀ ਕਿ ਮੈਨੂੰ ਮੱਤ, ਮੈਂ ਤਾਂ ਉਹਦੇ ਹਿਸਾਬ ਨਾਲ ਹੀ ਬੇਨਤੀ ਕਰਦਾ ਕਿ ਪ੍ਰਮਾਤਮਾ ਜਿਹੜੀਆਂ ਸਾਡੀਆਂ ਸ਼ੁਭ ਮਨੋਕਾਮਨਾਵਾਂ ਨੇ ਉਹ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ। ਜੇ ਤੇਰੀ ਮੱਤ ਨੂੰ ਭਾਉਂਦੀਆਂ ਤੇ ਕਰ ਦੇਵੀਂ, ਨਹੀਂ ਭਾਉਂਦੀਆਂ ਤੇ ਰਹਿਣ ਦੀ। ਮਤਲਬ ਜ਼ਰੂਰੀ ਨਹੀਂ ਹੈ ਕਿ ਅਸੀਂ ਜੋ ਕਹੀ ਜਾਂਦੇ ਪੂਰਾ ਕਰਨਾ ਹੈ ਨਾ। ਚਾਹੁੰਦੇ ਅਸੀਂ ਹਾਂ, ਪਰ ਤੁਸੀਂ ਪੂਰਾ ਕਰਿਓ ਆਪਣੀ ਮੱਤ ਮੁਤਾਬਕ। ਸਾਨੂੰ ਮੰਗਣਾ ਤੇ ਆਉਂਦਾ ਹੈ, ਪਰ ਸਾਨੂੰ ਮੰਗੇ ਦੇ ਵਿੱਚ ਆਪਣੇ ਭਲੇ ਦਾ ਨਹੀਂ ਪਤਾ ਕਿ ਉਹਨਾਂ ਚੀਜ਼ਾਂ ਵਿੱਚ ਸਾਡਾ ਭਲਾ ਵੀ ਹੈ ਕਿ ਨਹੀਂ ਹੈ। ਹੁਣ ਭਾਈ ਮਰਦਾਨਾ ਕਹਿਣ ਲੱਗਾ, ਬਾਬਾ ਆਪਣਾ ਦੇਸ਼ ਕਿੰਨੀ ਦੂਰ ਹੈ। ਸਤਿਗੁਰੂ ਕਹਿਣ ਲੱਗੇ, ਤੈਨੂੰ ਬੱਚੇ ਚੇਤੇ ਆ ਗਏ ਨੇ ਤੇ ਜਾ ਮਰਦਾਨਿਆ ਚਲੇ ਜਾ। ਫਿਰ ਭਾਈ ਮਰਦਾਨਾ ਕਹਿੰਦਾ, ਨਹੀਂ ਬਾਬਾ, ਮੈਂ ਇਹ ਤਾਂ ਨਹੀਂ ਕਿਹਾ ਕਿ ਮੈਨੂੰ ਬੱਚੇ ਯਾਦ ਆਏ ਨੇ, ਮੈਂ ਜਾਣਾ ਹੈ। ਮੈਂ ਠੀਕ ਹੈ ਆਪਣੇ ਘਰ ਦੀ ਗੱਲ ਜ਼ਰੂਰ ਕੀਤੀ ਹੈ, ਪਰ हे ਪ੍ਰਭੂ ਮੈਂ ਤੁਮ ਸੰਗ ਸੁਹੇਲਾ, ਅਬ ਮੁਝ ਦੇਵਨ ਲੱਗੇ ਧਕੇਲਾ। ਬਾਬਾ ਮੈਨੂੰ ਧੱਕਾ ਦੇਣ ਲੱਗੇ ਹੋ ਵੀ ਜਾ ਜਾ ਮਰਦਾਨਿਆ ਘਰ ਚਲੇ ਜਾ, ਜਾ ਮਰਦਾਨਿਆ ਘਰ ਚਲੇ ਜਾ। ਕਹਿੰਦਾ ਮੈਂ ਨਹੀਂ ਜਾਣਾ, ਮੈਂ ਤੁਹਾਡੇ ਨਾਲ ਹੀ ਸੁਖੀ ਹਾਂ, ਮੈਂ ਘਰ ਜਾ ਕੇ ਸੁਖੀ ਨਹੀਂ ਹਾਂ। ਹਾਂਜੀ। ਤੁਮ ਬਿਨ ਕੈਸੇ ਜਾਓ ਨ ਸਦਨੰ, ਰਹੋ ਪ੍ਰਸੰਨ ਬਿਲੋਕਤ ਬਦਨੰ। ਇਸ ਕਰਕੇ ਤੁਮ ਬਿਨ ਕੈਸੇ ਜਾਓ ਨਾ ਸਦਨੰ, ਨਹੀਂ ਬਾਬਾ ਤੇਰੇ ਬਿਨਾ ਬਿਲਕੁਲ ਨਹੀਂ ਜਾਵਾਂਗਾ। ਤੂੰ ਜਾਵੇਂਗਾ ਤੇ ਮੈਂ ਵੀ ਚਲਾ ਜਾਵਾਂਗਾ। ਰਹੋ ਪ੍ਰਸੰਨ ਬਲੋਕਤ ਬਦਨੰ, ਮੈਂ ਤੁਹਾਡੇ ਦਰਸ਼ਨ ਕਰਕੇ ਬੜਾ ਖੁਸ਼ ਹਾਂ, ਬਹੁਤ ਪ੍ਰਸੰਨ ਹਾਂ। ਹਾਂਜੀ। ਹਮ ਨਾ ਧਕੇਲਾ ਕੈਸੇ ਦੇਈ, ਧਾਮ ਆਪ ਤੈ ਯਾਦ ਕਰੇ। ਤੇ ਸਤਿਗੁਰੂ ਕਹਿਣ ਲੱਗੇ, ਮਰਦਾਨਿਆ ਅਸੀਂ ਤੈਨੂੰ ਧੱਕਾ ਦੇਵਾਂਗੇ। ਸਵਾਲ ਸਤਿਗੁਰੂ ਕਹਿੰਦੇ ਵੀ ਇਹ ਤਾਂ ਸਵਾਲ ਹੀ ਨਹੀਂ ਬਣਦਾ ਭਾਈ, ਹੋ ਹੀ ਨਹੀਂ ਸਕਦਾ। ਤੂੰ ਹੀ ਘਰ ਦੇ ਗੱਲਾਂ ਕਰੀ ਜਾਂਦਾ, ਘਰ ਦੀਆਂ ਬੁਝਾਰਤਾਂ ਪਾਈ ਜਾਂਦਾ। ਤਾਂ ਅਸੀਂ ਸੋਚਿਆ ਵੀ ਹੋ ਸਕਦਾ ਤੇਰਾ ਘਰ ਜਾਣ ਨੂੰ ਮਨ ਕਰਦਾ ਹੋਵੇ, ਪਰ ਅਸੀਂ ਨਹੀਂ ਤੈਨੂੰ ਘੱਲਾਂਗੇ, ਤੂੰ ਰਹਿ ਸਾਡੇ ਕੋਲੇ। ਹਾਂਜੀ। ਜਾਂ ਤੇ ਤੁਝੈ ਪੁਚਾਵਨ ਹੇਤਾ, ਹਮ ਨੇ ਭਾਖਿਓ ਜਾਹੋ ਨਿਕੇਤਾ। ਇਸੇ ਕਰਕੇ ਮਰਦਾਨਿਆ ਅਸੀਂ ਤੈਨੂੰ ਕਿਹਾ ਸੀ ਕਿ ਜੇ ਤੂੰ ਜਾਣਾ ਚਾਹੁੰਦਾ ਹੈ ਤਾਂ ਅਸੀਂ ਤੈਨੂੰ ਪਹੁੰਚਾ ਦਿੰਨੇ ਆ। ਹਾਂਜੀ। ਹਾਂ ਤੋ ਸੁਭਾਇਕ ਬੂਝਿਓ, ਯਾਦ ਨ ਕੀਨੋ ਧਾਮ। ਭਾਈ ਮਰਦਾਨਾ ਕਹਿਣ ਲੱਗਾ, ਬਾਬਾ ਮੈਂ ਤੇ ਵੈਸੇ ਪੁੱਛਿਆ ਸੀ, ਉਦਾਂ ਹੀ। ਜਾਣ ਦੀ ਇੱਛਾ ਜਾਂ ਤਲਬ ਮੇਰੇ ਘਰ ਦੇ ਪ੍ਰਤੀ ਨਹੀਂ ਹੈ। ਹਾਂਜੀ। ਮੋਹ ਟੂਟ ਮੋਹਰਾ ਗਇਓ, ਸ਼੍ਰੀ ਪ੍ਰਭ ਤੋ ਪਾਦਸ਼ਾਮ। ਨਹੀਂ, ਹੁਣ ਮੈਨੂੰ ਘਰ ਦਾ ਉਹ ਮੋਹ ਨਹੀਂ ਹੈ, ਮੇਰਾ ਮੋਹ ਟੁੱਟ ਚੁੱਕਿਆ ਹੈ। ਹੁਣ ਮੇਰੀ ਪ੍ਰੀਤ ਸਤਿਗੁਰੂ ਤੁਹਾਡੇ ਚਰਨਾਂ ਨਾਲ ਹੈ। ਹਾਂਜੀ। ਜਿਤ ਕੋ ਰਾਵਰ ਚੱਲੋ ਅਗਾਰੀ, ਤਿਸ ਹੀ ਦਿਸ਼ ਮੈਂ ਜਾਉ ਪਿਛਾਰੀ। ਹੁਣ ਜਿੱਧਰ ਤੁਸੀਂ ਜਾਓਗੇ ਤੁਹਾਡੇ ਮਗਰ ਜਾਵਾਂਗਾ ਮੈਂ। ਹਾਂਜੀ। ਅਬ ਨਹਿ ਛੋਡੋ ਸੰਗ ਤੁਮਾਰਾ, ਤੁਮ ਕਰੁਣਾ ਤੇ ਸਰਬ ਨਿਹਾਰਾ। ਨਹੀਂ, ਮੈਂ ਤੁਹਾਡਾ ਸੰਗ ਨਹੀਂ ਛੱਡਾਂਗਾ। ਮੈਂ ਇਹ ਸਾਰਾ ਬ੍ਰਹਿਮੰਡ ਜਿਹੜਾ ਹੈ ਇਹ ਤੁਹਾਡੇ ਦਰਸ਼ਨਾਂ ਤੋਂ ਕੀਤਾ ਹੈ, ਤੁਹਾਡੀ ਸੰਗਤ ਤੋਂ ਕੀਤਾ ਹੈ। ਮੈਂ ਤੁਹਾਡੀ ਸੇਵਾ ਤੋਂ ਇਹ ਸਭ ਦੁਨੀਆ ਸੰਸਾਰ ਵੇਖਿਆ ਹੈ। ਸੁਣੈ ਖੰਡ ਨੌ ਜੰਬੂ ਦੀਪਾ, ਸੋ ਦਿਖਾਓ ਬੇਦੀ ਕੁਲ ਟੀਕਾ। ਸਤਿਗੁਰੂ 9 ਖੰਡ ਸੁਣੇ ਨੇ, ਵੱਡੇ ਵੱਡੇ ਦੀਪ ਸੁਣੇ ਨੇ, ਟਾਪੂ, ਤੇ ਬਾਬਾ ਉਹਨਾਂ ਦੇ ਦਰਸ਼ਨ ਕਰਾਓ। ਹਾਂਜੀ। ਤਿਨਹਿ ਬਿਲੋਕਨ ਕੀ ਅਬਿਲਾਖਾ, ਤੁਮ ਸਮਰੱਥ ਪੂਰੋ ਸਭ ਕਾਂਖਾ। ਉਹਨਾਂ ਦੇ ਵੇਖਣ ਦੀ ਇੱਛਾ ਹੈ, ਜੇ ਤੁਸੀਂ ਮੇਰੀ ਉਹ ਪੂਰੀ ਕਰਦੇ ਹੋ ਤੇ ਫਿਰ ਤੁਹਾਡੀ ਬੜੀ ਕਿਰਪਾ ਹੋਏਗੀ। ਇਸ ਦੇ ਨਾਲ ਹੀ ਅੱਜ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਅੱਜ ਕੁਝ ਲੋਕ
ਇੱਕ ਵਿਸ਼ੇਸ਼ ਇੱਕ ਸ਼ਬਦ ਨੂੰ ਲੈ ਕੇ ਬੜੇ ਉਤਸੁਕ ਨੇ ਕਿ ਅੱਜ ਵੈਲੈਂਟਾਈਨ ਡੇ ਹੈ। ਅਸਲ ਵਿੱਚ ਇਹ ਦੋ ਸ਼ਬਦ ਨੇ ਧਰਮ ਦੀ ਦੁਨੀਆ ਵਿੱਚ। ਇੱਕ ਨੂੰ ਇਸ਼ਕ ਮਜਾਜੀ ਕਹਿੰਦੇ ਨੇ, ਇੱਕ ਨੂੰ ਇਸ਼ਕ ਹਕੀਕੀ ਕਹਿੰਦੇ ਨੇ। ਹੁਣ ਜਿਹੜਾ ਇਸ਼ਕ ਹਕੀਕੀ ਇਹ ਸੂਫੀ ਸੰਤਾਂ ਦਾ ਹੈ। ਕਦੇ ਸਾਈਂ ਬੁੱਲੇ ਸ਼ਾਹ ਦੀ ਇਹ ਤੁਸੀਂ ਕਾਫੀ ਸੁਣੀ ਹੋਏਗੀ ਵੀ ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ। ਇਹਦੇ ਅਰਥ ਬੜੇ ਭਾਵਪੂਰਤ ਨੇ, ਸੁਣਨ ਵਾਲੇ ਨੇ। ਸਤਿਗੁਰੂ ਦੀ ਬਾਣੀ 'ਚ ਵੀ ਲਿਖਿਆ ਹੈ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ੍ਹਾਂ ਨਾਮ ਤੇ ਭੋਏ ਪਾਰਥੀਏ। ਇਸ ਕਰਕੇ ਭਾਈ ਇਹ ਦੁਨੀਆ ਦੇ ਲੋਕਾਂ ਦਾ ਦਿਨ ਹੋ ਸਕਦਾ ਹੈ, ਰੱਬ ਦੇ ਪਿਆਰਿਆਂ ਦਾ ਇਹ ਦਿਨ ਨਹੀਂ ਹੈ। ਰੱਬ ਦੇ ਪਿਆਰਿਆਂ ਦਾ ਰੱਬ ਦੇ ਨਾਲ ਪਿਆਰ ਹੁੰਦਾ ਹੈ ਤੇ ਉਹ ਰੋਜ਼ ਆਪਣੇ ਸਤਿਗੁਰੂ ਦੇ ਨਾਲ ਲਾਡ ਲੜਾਉਂਦੇ ਨੇ, ਰੋਜ਼ ਆ ਕੇ ਸਤਿਗੁਰੂ ਦੇ ਚਰਨ ਪਰਸਦੇ ਨੇ, ਰੋਜ਼ ਆ ਕੇ ਗੁਰੂ ਦੇ ਦਰਸ਼ਨ ਕਰਦੇ ਨੇ। ਇੰਨੇ ਕੁ ਸ਼ਬਦ ਪ੍ਰਵਾਨ ਕਰਨਾ ਜੀ। ਭੁੱਲਾਂ ਬਖਸ਼ੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।